10ਵੇਂ ਹਫ਼ਤੇ ਵਿੱਚ ਇਸ ਤੀਜੇ ਲੈਕਚਰ ਵਿੱਚ ਤੁਹਾਡਾ ਸਵਾਗਤ ਹੈ। ਇਸ ਪੂਰੇ ਹਫ਼ਤੇ ਅਸੀਂ ਇੰਟਰਫੀਅਰੈਂਸ ਫੀਨੋਮੀਨਨ ਅਤੇ ਡਿਫਰੈਕਸ਼ਨ ਫੀਨੋਮੀਨਨ ਨੂੰ ਵੇਖਣ ਜਾ ਰਹੇ ਹਾਂ। ਅੱਜ ਖਾਸ ਤੌਰ ਤੇ ਅਸੀਂ 19ਵੀਂ ਸਦੀ ਦੇ ਅੰਤ ਵਿੱਚ ਦੋ ਅਸਲ ਮਹੱਤਵਪੂਰਨ ਯੋਗਦਾਨਾਂ ਦੇ ਨਾਲ ਇੰਟਰਫੀਅਰੈਂਸ ਨੂੰ ਦੁਬਾਰਾ ਦੇਖਦੇ ਹਾਂ, ਮਿਸ਼ੇਲਸਨ ਅਤੇ ਫੈਬਰੀ-ਪੇਰੋਟ ਇੰਟਰਫੇਰੋਮੀਟਰ। ਪਰ ਇਸ ਵਿੱਚ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਜਲਦੀ ਯਾਦ ਕਰਾ ਦੇਵਾਂ ਕਿ ਇੰਟਰਫੀਅਰੈਂਸ ਸੁੰਦਰਵੇਵ ਫੀਨੋਮੇਨਾ ਦੀ ਇੱਕ ਆਮ ਸ਼੍ਰੇਣੀ ਹੈ। ਇਸ ਲਈ ਖਾਸ ਤੌਰ ਤੇ ਤੁਹਾਨੂੰ ਇੰਟਰਫੀਅਰੈਂਸ ਦੀ ਵਿਆਖਿਆ ਕਰਨ ਦੇ ਯੋਗ ਹੋਣ ਲਈ ਵੇਵਸ ਦੀ ਜ਼ਰੂਰਤ ਹੈ, ਇਸ ਅਰਥ ਵਿੱਚ ਕਿ ਅਸੀਂ ਲਿਮਿਟ ਲੈਂਬਡਾ ਟੈਂਡਿੰਗ ਟੂ 0 ਅਤੇ ਐਰੇ ਦੇ ਨਾਲ ਕੰਮ ਕਰਨ ਤੋਂ ਬਚ ਨਹੀਂ ਸਕਦੇ ਹਾਂ ਜੋ ਅਸੀਂ ਕੀਤਾ ਸੀ ਜਦੋਂ ਅਸੀਂ ਕੰਮ ਕੀਤਾ ਸੀ। ਜਦੋਂ ਅਸੀਂ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਇਸ ਲਈ ਇੱਥੇ ਸਾਨੂੰ ਵੇਵ ਫੋਰਮਸ ਨੂੰ ਰੱਖਣ ਦੀ ਲੋੜ ਹੈ ਅਤੇ ਤੁਹਾਨੂੰ ਕਿਸੇ ਵੀ ਕਿਸਮ ਦੇ ਇੰਟਰਫੀਅਰੈਂਸ ਦੇ ਪ੍ਰਭਾਵਾਂ ਨੂੰ ਦੇਖਣ ਲਈ ਦੋ ਕੋਹੇਰੈਂਟ ਬੀਮ ਦੀ ਲੋੜ ਹੈ। ਆਮ ਤੌਰ ਤੇ ਤੁਸੀਂ ਉਹਨਾਂ ਨੂੰ ਇੱਕ ਸੋਰਸ ਤੋਂ ਪੈਦਾ ਕਰੋਗੇ। ਮੁੱਖ ਕਾਰਨ ਇਹ ਹੈ ਕਿ ਜੇਕਰ ਤੁਸੀਂ ਦੋ ਇੰਡੀਪੈਂਡੈਂਟ ਸੋਰਸ ਲੈਂਦੇ ਹੋ ਤਾਂ ਉਹਨਾਂ ਦੇ ਆਪਸ ਵਿੱਚ ਕੋਹੇਰੈਂਟ ਹੋਣ ਦੀ ਸੰਭਾਵਨਾ ਨਹੀਂ ਹੈ। ਫੇਜ਼ ਰਿਲੇਸ਼ਨ ਇੱਕ ਕੋਨਸਟੈਂਟ ਨਹੀਂ ਹੋਵੇਗਾ, ਜੋ ਕਿ ਇੱਕ ਕਾਰਨ ਹੈ ਅਤੇ ਮੁੱਖ ਕਾਰਨ ਹੈ ਕਿ ਤੁਹਾਨੂੰ ਇੱਕ ਸਿੰਗਲ ਬੀਮ ਤੋਂ ਆਪਣੇ ਦੋ ਲਾਈਟ ਸੋਰਸ ਨੂੰ ਬਣਾਉਣ ਦੀ ਲੋੜ ਹੈ। ਅੱਜ ਅਸੀਂ ਮਾਈਕਲਸਨ ਇੰਟਰਫੇਰੋਮੀਟਰ ਨਾਲ ਸ਼ੁਰੂ ਕਰਾਂਗੇ। ਇਤਿਹਾਸਕ ਤੌਰ ਤੇ ਇਹ 19ਵੀਂ ਸਦੀ ਦੇ ਅੰਤ ਵਿੱਚ ਸਭ ਤੋਂ ਮਹੱਤਵਪੂਰਨ ਯੋਗਦਾਨਾਂ ਵਿੱਚੋਂ ਇੱਕ ਸੀ, ਜਿਸਨੇ ਵੱਡੀ ਗਿਣਤੀ ਵਿੱਚ ਸਪੈਕਟਰਲ ਲਾਈਨਾਂ ਦੇ ਪ੍ਰਯੋਗਾਤਮਕ ਨਿਰਧਾਰਨ ਦੀ ਆਗਿਆ ਦਿੱਤੀ। ਇਸ ਲਈ ਮੇਰੇ ਕੋਲ ਲਾਈਟ ਦਾ ਇੱਕ ਸੋਰਸ ਹੈ ਜੋ ਇੱਕ ਲਾਲ ਰੰਗ ਵਿੱਚ ਦਿਖਾਇਆ ਗਿਆ ਹੈ। ਖੱਬੇ ਪਾਸੇ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਇਹ ਇੱਕ ਹੈ। ਇਸ ਲਈ ਇਹ ਲਾਈਟ ਦਾ ਇੱਕ ਸੋਰਸ ਹੈ ਅਤੇ ਮੇਰੇ ਕੋਲ ਇੱਥੇ ਇੱਕ ਗਲਾਸ ਪਲੇਟ ਹੈ ਜੋ ਇਸ ਨੂੰ ਇੱਕ ਐਕਸਟੈਂਡਡ ਸੋਰਸ ਬਣਾਉਂਦੀ ਹੈ। ਇਸ ਲਈ ਜੋ ਜ਼ਰੂਰੀ ਤੌਰ ਤੇ ਇਹ ਹੈ ਜੋ ਲਾਈਟ ਦੇ ਪੁਆਇੰਟ ਸੋਰਸ ਵਰਗਾ ਦਿਖਾਈ ਦੇ ਸਕਦਾ ਹੈ। ਸਾਨੂੰ ਲਾਈਟ ਦਾ ਇੱਕ ਐਕਸਟੈਂਡਡ ਸੋਰਸ ਮਿਲਦਾ ਹੈ ਅਤੇ ਇਹ ਲਾਈਟ ਸੱਜੇ ਪਾਸੇ ਤੋਂ ਲੰਘਦੀ ਹੈ ਅਤੇ ਇੱਥੇ ਇਹ ਦੋ ਗਲਾਸ ਦੀਆਂ ਪਲੇਟਾਂ ਹਨ ਅਤੇ ਗਲਾਸ ਪਲੇਟ ਮੰਨ ਲਓ ਕਿ ਜੀ ਇੱਕ ਅਜਿਹੀ ਹੈ ਕਿ ਇਹ ਪਾਰਸ਼ਲੀ ਮਿਰਰਡ ਹੈ। ਇਸ ਲਈ ਇਹ ਖੱਬੇ ਪਾਸਿਓਂ ਆਉਣ ਵਾਲੀ ਲਾਈਟ ਨੂੰ ਰਿਫਲੈਕਟ ਕਰਦਾ ਹੈ ਅਤੇ ਪਾਰਸ਼ਲੀ ਇਸ ਨੂੰ ਟਰਾਂਸਮਿਟ ਕਰਦਾ ਹੈ। ਇਸ ਲਈ ਤੁਸੀਂ ਉਦਾਹਰਨ ਲਈ ਇਹ ਮੰਨ ਸਕਦੇ ਹੋ ਕਿ 50% ਲਾਈਟ ਇਸ ਦੁਆਰਾ ਟਰਾਂਸਮਿਟ ਹੁੰਦੀ ਹੈ ਅਤੇ ਬਾਕੀ 50% ਰਿਫਲੈਕਟ ਹੁੰਦੀ ਹੈ। ਇਸ ਲਈ ਰਿਫਲੈਕਟ ਕੰਪੋਨੈਂਟ ਉੱਪਰ ਜਾਂਦਾ ਹੈ ਅਤੇ ਮਿਰਰ M1 ਨਾਲ ਟਕਰਾਉਂਦਾ ਹੈ ਅਤੇ ਵਾਪਸ ਆਉਂਦਾ ਹੈ, ਜੋ 100% ਰਿਫਲੈਕਟ ਹੁੰਦਾ ਹੈ ਅਤੇ ਫਿਰ G1 ਵਿੱਚੋਂ ਲੰਘਦਾ ਹੈ ਅਤੇ ਸਿੱਧਾ ਇੱਥੇ ਡਿਟੈਕਟਰ ਵਿੱਚ ਆਉਂਦਾ ਹੈ ਅਤੇ ਲਾਈਟ ਦੀ ਬੀਮ ਜੋ G1 ਰਾਹੀਂ ਟਰਾਂਸਮਿਟ ਹੁੰਦੀ ਹੈ, ਇਹ ਸਿੱਧੀ ਜਾਂਦੀ ਹੈ ਅਤੇ ਦੂਜੀ ਗਲਾਸ ਪਲੇਟ G2 ਨਾਲ ਟਕਰਾ ਜਾਂਦੀ ਹੈ, ਜਿਸ ਨੂੰ ਅਕਸਰ ਗਲਾਸ ਪਲੇਟ ਵਿੱਚ ਇੱਕ ਕੰਪੈਂਸੇਟਰ ਕਿਹਾ ਜਾਂਦਾ ਹੈ, ਜੋ ਕਿ ਇੱਕ ਸਟ੍ਰੀਮ ਸੱਜੇ ਪਾਸੇ ਸਥਿਤ ਹੈ ਅਤੇ ਫਿਰ ਉਥੋਂ ਰਿਫਲੈਕਟ ਹੋ ਜਾਂਦਾ ਹੈ ਅਤੇ ਦੁਬਾਰਾ ਆਉਂਦਾ ਹੈ ਅਤੇ G2 ਤੋਂ ਲੰਘਦਾ ਹੈ ਅਤੇ ਇਸ ਨੂੰ ਹਿੱਟ ਕਰਦਾ ਹੈ। ਫਿਰ ਦੁਬਾਰਾ ਗਲਾਸ ਪਲੇਟ G1 ਤੋਂ ਲੰਘਦਾ ਹੈ ਅਤੇ ਇਸ ਨਾਲ ਟਕਰਾਉਂਦਾ ਹੈ ਅਤੇ ਡਿਟੈਕਟਰ ਵੱਲ ਡਿਫਲੈਕਟ ਹੋ ਜਾਂਦਾ ਹੈ। ਲਾਈਟ ਦੀ ਇੱਕ ਬੀਮ ਤੋਂ ਸ਼ੁਰੂ ਹੋ ਕੇ ਸਾਡੇ ਕੋਲ ਹੁਣ ਲਾਈਟ ਦੀਆਂ ਦੋ ਕਿਰਨਾਂ ਹਨ, ਇੱਕ ਜੋ M1 ਤੋਂ ਆਉਂਦੀ ਹੈ ਅਤੇ G1 ਵਿੱਚੋਂ ਲੰਘਦੀ ਹੈ ਅਤੇ ਆ ਕੇ ਡਿਟੈਕਟਰ ਨੂੰ ਹਿੱਟ ਕਰਦੀ ਹੈ। ਇੱਕ ਜੋ M2 ਤੋਂ ਆਉਂਦਾ ਹੈ, G2 ਵਿੱਚੋਂ ਲੰਘਦਾ ਹੈ, G1 ਦੁਆਰਾ ਰਿਫਲੈਕਟ ਹੁੰਦਾ ਹੈ ਅਤੇ ਅੰਤ ਵਿੱਚ ਡਿਟੈਕਟਰ ਨਾਲ ਟਕਰਾ ਜਾਂਦਾ ਹੈ। ਲਾਈਟ ਦੀਆਂ ਦੋ ਬੀਮ ਹਨ ਅਤੇ ਉਮੀਦ ਹੈ ਕਿ ਚੰਗੀਆਂ ਕੰਡੀਸ਼ਨਾਂ ਦੇ ਅਧੀਨ ਉਹ ਇੰਟਰਫੀਅਰ ਕਰਨ ਯੋਗ ਹੋਣਗੇ ਅਤੇ ਸਾਡੇ ਲਈ ਇੰਟਰਫੀਅਰੈਂਸ ਪੈਟਰਨ ਪੈਦਾ ਕਰਨਗੇ। ਖਾਸ ਤੌਰ ਤੇ ਅਸੀਂ ਇਹਨਾਂ ਦੋ ਮਿਰਰ M1 ਅਤੇ M2 ਨੂੰ ਪੂਰੀ ਤਰ੍ਹਾਂ ਨਾਲ ਰਿਫਲੈਕਟ ਕਰਨ ਵਾਲੇ ਪਲੇਨ ਮਿਰਰ ਵਜੋਂ ਲੈਂਦੇ ਹਾਂ ਅਤੇ M1 ਆਪਣੇ ਆਪ ਵਿੱਚ ਚੱਲਣਯੋਗ ਹੈ ਜਦੋਂ ਕਿ M2 ਸਥਿਰ ਹੈ। ਇੱਕ ਪਾਥ ਡਿਫਰੈਂਸ ਬਣਾਉਣ ਦਾ ਤਰੀਕਾ ਇਸ M1 ਨੂੰ ਚੱਲਣਯੋਗ ਬਣਾਉਣਾ ਹੈ। ਇਸ ਗਲਾਸ ਪਲੇਟ G2 ਨੂੰ ਅਕਸਰ ਕੰਪੈਂਸੇਟਰੀ ਗਲਾਸ ਪਲੇਟ ਕਿਹਾ ਜਾਂਦਾ ਹੈ ਅਤੇ ਇਸ ਨੂੰ ਮੁੱਖ ਤੌਰ ਤੇ ਰੱਖਿਆ ਜਾਂਦਾ ਹੈ ਕਿਉਂਕਿ ਤੁਸੀਂ ਦੋਹਾਂ ਆਰਮਸ ਵਿੱਚ ਪਾਥ ਡਿਫਰੈਂਸ ਨੂੰ ਬਰਾਬਰ ਕਰਨਾ ਚਾਹੁੰਦੇ ਹੋ ਅਤੇ ਸਾਡੇ ਇਹ ਪੁੱਟ ਕਰਨ ਦੀ ਲੋੜ ਦਾ ਕਾਰਨ ਹੈ। ਜੇਕਰ ਤੁਸੀਂ ਇੱਥੇ ਚਿੱਤਰ ਨੂੰ ਧਿਆਨ ਨਾਲ ਦੇਖਦੇ ਹੋ, ਤੁਸੀਂ ਵੇਖੋਗੇ ਕਿ ਉਹ ਬੀਮ ਜੋ ਸੋਰਸ ਤੋਂ ਸ਼ੁਰੂ ਹੋ ਰਹੀ ਹੈ,
G1 ਰਾਹੀਂ ਜਾਂਦੀ ਹੋਈ M1 ਨੂੰ ਹਿੱਟ ਕਰਦੀ ਹੈ ਅਤੇ ਅੰਤ ਵਿੱਚ ਡਿਟੈਕਟਰ ਤੱਕ ਆਉਂਦੀ ਹੈ। G1 ਵਿੱਚੋਂ 3 ਵਾਰ ਲੰਘਦੀ ਹੈ। ਦੂਜੇ ਪਾਸੇ, ਲਾਈਟ ਦੀ ਬੀਮ ਜੋ ਸਿੱਧੇ G1 ਵਿੱਚੋਂ ਲੰਘਦੀ ਹੈ ਅਤੇ ਮਿਰਰ M2 ਨਾਲ ਟਕਰਾ ਜਾਂਦੀ ਹੈ ਅਤੇ ਅੰਤ ਵਿੱਚ ਡਿਟੈਕਟਰ ਕੋਲ ਵਾਪਸ ਆਉਂਦੀ ਹੈ, ਸਿਰਫ ਇੱਕ ਵਾਰ ਗਲਾਸ ਪਲੇਟ ਵਿੱਚੋਂ ਲੰਘਦੀ ਹੈ, ਜਦੋਂ ਕਿ ਪਹਿਲੀ ਇਸ ਵਿੱਚੋਂ 3 ਵਾਰ ਲੰਘਦੀ ਹੈ। ਅਤੇ ਇਹ ਗਲਾਸ ਪਲੇਟ ਅਸਲ ਵਿੱਚ G1 ਗਲਾਸ ਪਲੇਟ ਵਿੱਚੋਂ ਸਿਰਫ ਇੱਕ ਵਾਰ ਲੰਘਦੀ ਹੈ, ਅਤੇ ਇਸ ਡਿਫਰੈਂਸ ਨੂੰ ਕੰਪਨਸੇਟ ਕਰਨ ਲਈ ਤੁਸੀਂ ਇਸ G2 ਨੂੰ ਪੇਸ਼ ਕਰਦੇ ਹੋ, ਤਾਂ ਜੋ ਅਸੀਂ ਪਾਥ ਡਿਫਰੈਂਸ ਜਾਂ ਓਪਟੀਕਲ ਪਾਥ ਡਿਫਰੈਂਸ ਨੂੰ ਬਰਾਬਰ ਕਰ ਸਕੀਏ। ਬੇਸ਼ੱਕ, ਸਿਧਾਂਤਕ ਤੌਰ ਤੇ ਤੁਹਾਨੂੰ ਅਸਲ ਵਿੱਚ ਦੂਜੀ ਗਲਾਸ ਪਲੇਟ ਦੀ ਲੋੜ ਨਹੀਂ ਹੈ। ਤੁਸੀਂ M2 ਦੀ ਲੰਬਾਈ ਨੂੰ ਐਡਜਸਟ ਕਰਕੇ ਉਸ ਨੂੰ ਬਰਾਬਰ ਤੌਰ ਤੇ ਪ੍ਰਾਪਤ ਕਰ ਸਕਦੇ ਹੋ। ਕਲਪਨਾ ਕਰੋ ਕਿ ਤੁਸੀਂ ਅਸਲ ਵਿੱਚ ਆਪਣੀ ਅੱਖ ਉਸ ਥਾਂ ਤੇ ਰੱਖ ਰਹੇ ਹੋ ਜਿੱਥੇ ਡਿਟੈਕਟਰ ਹੈ। ਤੁਸੀਂ ਜੋ ਦੇਖੋਗੇ ਉਹ ਹੈ, ਤੁਸੀਂ M1 ਦੇਖੋਗੇ, ਕਿਉਂਕਿ ਤੁਸੀਂ ਡਿਟੈਕਟਰ ਰਾਹੀਂ ਅਤੇ ਗਲਾਸ ਪਲੇਟ G1 ਰਾਹੀਂ ਸਿੱਧੇ ਦੇਖ ਰਹੇ ਹੋ। ਤੁਹਾਨੂੰ M1 ਦਿਖਣਾ ਚਾਹੀਦਾ ਹੈ, ਪਰ ਤੁਸੀਂ ਮਿਰਰ M2 ਵੀ ਦੇਖੋਗੇ। ਅਤੇ ਇਸ ਤੋਂ ਇਲਾਵਾ ਤੁਸੀਂ ਸੋਰਸ S ਨੂੰ ਵੀ ਦੇਖੋਗੇ, ਜੋ ਕਿ ਖੱਬੇ ਪਾਸੇ ਲਾਲ ਰੰਗ ਵਿੱਚ ਦਿਖਾਇਆ ਗਿਆ ਹੈ। ਤੁਸੀਂ M1 ਅਤੇ M2 ਵਿੱਚ ਸੋਰਸ S ਦਾ ਡਿਫਲੈਕਸ਼ਨ ਵੇਖੋਗੇ। ਇਸ ਲਈ, ਇੱਥੇ ਮੇਰੇ ਕੋਲ ਖੱਬੇ ਪਾਸੇ ਸੋਰਸ ਹੈ, ਤਾਂ ਜੋ ਉਹ ਇੱਕ ਸਕਰੀਨ ਹੈ, ਅਤੇ ਮੈਂ ਹੁਣੇ ਇੱਕ ਪੁਆਇੰਟ ਲਿਆ ਹੈ ਜੋ ਉਸ ਲਾਲ ਡੋਟ ਦੁਆਰਾ ਦਰਸਾਇਆ ਗਿਆ ਹੈ ਜੋ ਤੁਸੀਂ ਉੱਥੇ ਦੇਖਦੇ ਹੋ। S ਉਹ ਸਕਰੀਨ ਹੈ ਜਿੱਥੋਂ ਤੁਹਾਡੇ ਕੋਲ ਹੈ। ਤੁਸੀਂ ਉਹ ਐਕਸਟੈਂਡਡ ਸੋਰਸ ਪ੍ਰਾਪਤ ਕਰ ਰਹੇ ਹੋ, ਅਤੇ ਲਾਲ ਡੋਟ ਇੱਕ ਖਾਸ ਪੁਆਇੰਟ ਹੈ ਜਿਸ ਦੀ ਅਸੀਂ ਨਿਗਰਾਨੀ ਕਰ ਰਹੇ ਹਾਂ, ਅਤੇ ਮੇਰਾ ਡਿਟੈਕਟਰ ਇੱਥੇ ਦਿਖਾਈ ਗਈ ਪੋਜੀਸ਼ਨ ਤੇ ਹੈ। ਇਸ ਲਈ, ਜਿਵੇਂ ਕਿ ਅਸੀਂ ਕਿਹਾ ਹੈ ਕਿ ਸਭ ਤੋਂ ਪਹਿਲਾਂ ਜੋ ਤੁਸੀਂ ਦੇਖੋਗੇ ਉਹ ਇਹ ਹੈ ਕਿ ਸੋਰਸ ਤੋਂ ਇਹ ਲਾਈਟ M1 ਤੱਕ ਪਹੁੰਚਦੀ ਹੈ ਅਤੇ ਵਾਪਸ ਆਉਂਦੀ ਹੈ ਅਤੇ ਡਿਟੈਕਟਰ ਤੇ ਤੁਹਾਡੀ ਅੱਖ ਨੂੰ ਹਿੱਟ ਕਰਦੀ ਹੈ। ਇਸ ਲਈ, ਜੋ ਕਿ ਇੱਥੇ ਇਸ ਲਾਲ ਰੰਗ ਦੀ ਲਾਈਨ ਦੁਆਰਾ ਮਾਰਕ ਕੀਤਾ ਗਿਆ ਹੈ। M1 ਬੇਸ਼ੱਕ, ਇੱਥੇ ਇਹ ਮਿਰਰ M1 ਹੈ। ਹੁਣ ਜਿਵੇਂ ਕਿ ਮੈਂ ਕਿਹਾ ਤੁਸੀਂ ਵੀ M2 ਦੇਖੋਗੇ, ਅਤੇ ਅਸੀਂ ਇਸ ਤਸਵੀਰ ਵਿੱਚ ਇਸ ਨੂੰ M2 ਪ੍ਰਾਈਮ ਕਹਾਂਗੇ। ਇਸ ਤਸਵੀਰ ਵਿੱਚ ਅਸੀਂ M2 ਨੂੰ ਇੱਕ ਰਿਫਲੈਕਸ਼ਨ ਦੇ ਰੂਪ ਵਿੱਚ ਵੇਖਦੇ ਹਾਂ, ਜਿਸ ਨੂੰ ਇੱਥੇ M2 ਪ੍ਰਾਈਮ ਦੁਆਰਾ ਦਰਸਾਇਆ ਗਿਆ ਹੈ। ਉਹੀ ਪੁਆਇੰਟ M2 ਪ੍ਰਾਈਮ ਵਿੱਚ ਵੀ ਦੇਖਿਆ ਜਾਵੇਗਾ। ਇਸ ਲਈ, N2 ਪ੍ਰਾਈਮ ਤੋਂ ਆਉਣ ਵਾਲੀ ਲਾਈਟ ਵੀ ਡਿਟੈਕਟਰ ਤੱਕ ਪਹੁੰਚ ਜਾਵੇਗੀ। ਦੂਜੇ ਸ਼ਬਦਾਂ ਵਿੱਚ ਇਹ ਮੇਰੀ ਅੱਖ ਤੱਕ ਪਹੁੰਚਦੀ ਹੈ ਜੇਕਰ ਮੈਂ ਇਸ ਨੂੰ ਉੱਥੇ ਦੇਖਦਾ ਹਾਂ, ਅਤੇ ਇਹ ਵੀ ਇੱਥੇ ਨੀਲੀ ਲਾਈਨ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਹੁਣ ਜੇਕਰ ਇਸ M1 M2 ਦੇ ਅੰਦਰ ਕੋਈ ਪਾਥ ਡਿਫਰੈਂਸ ਹੈ ਤਾਂ ਉਹ ਇਸ M1 ਅਤੇ M2 ਪ੍ਰਾਈਮ ਵਿਚਕਾਰ ਦੂਰੀ ਹੋਵੇਗੀ। ਇਹ ਇਹਨਾਂ ਦੋ ਪਾਥ ਵਿਚਕਾਰ ਓਪਟੀਕਲ ਪਾਥ ਡਿਫਰੈਂਸ ਹੈ। ਇਹ ਜ਼ਰੂਰੀ ਤੌਰ ਤੇ ਇੰਟਰਫੇਰੋਮੀਟਰ ਦੀਆਂ ਇਹ ਦੋ ਆਰਮਸ ਹਨ। ਹੁਣ, ਜਿਵੇਂ ਕਿ ਮੈਂ ਕਿਹਾ ਕਿ ਸੋਰਸ ਦਾ ਰਿਫਲੈਕਸ਼ਨ ਵੀ ਦੇਖਾਂਗਾ, ਜਾਂ ਦੂਜੇ ਸ਼ਬਦਾਂ ਵਿੱਚ ਖੁਦ ਸਕਰੀਨ ਦਾ ਰਿਫਲੈਕਸ਼ਨ ਵੀ ਦੇਖਾਂਗਾ। ਇੱਥੇ ਜੋ ਮੈਂ ਤੁਹਾਨੂੰ ਦਿਖਾਇਆ ਹੈ ਉਹ ਸਕਰੀਨ ਦਾ ਰਿਫਲੈਕਸ਼ਨ ਹੈ ਜਿਸ ਨੂੰ ਮੈਂ M1 ਤੋਂ ਆਉਣ ਵਾਲਾ S1 ਕਹਿੰਦਾ ਹਾਂ, ਅਤੇ ਉੱਥੋਂ ਆਉਣ ਵਾਲੀ ਲਾਈਟ ਇਸ ਲਾਲ ਲਾਈਨ ਰਾਹੀਂ ਡਿਟੈਕਟਰ ਤੱਕ ਪਹੁੰਚਦੀ ਹੈ, ਅਤੇ ਫਿਰ ਅਸੀਂ M2 ਤੋਂ ਸਕਰੀਨ ਦਾ ਰਿਫਲੈਕਸ਼ਨ ਵੀ ਦੇਖਦੇ ਹਾਂ, ਅਤੇ ਮੈਨੂੰ ਇਹ ਸੰਕੇਤ ਦੇਣਾ ਚਾਹੀਦਾ ਸੀ ਕਿ ਇਹ ਲਾਲ ਡੋਟ ਹੈ। ਇਸ ਪੁਆਇੰਟ P ਦੀ ਸਕਰੀਨ S1 ਅਤੇ S2 ਪ੍ਰਾਈਮ ਵਿੱਚ ਇੱਕ ਪੋਜੀਸ਼ਨ ਹੈ ਜਿਸ ਨੂੰ P1 ਅਤੇ P2 ਕਿਹਾ ਜਾਂਦਾ ਹੈ। ਜਿਵੇਂ ਕਿ ਤੁਸੀਂ ਇਸ ਚਿੱਤਰ ਵਿੱਚ ਵੇਖਦੇ ਹੋ, ਹੁਣ ਉਹਨਾਂ ਦੇ ਵਿਚਕਾਰ S1 ਅਤੇ S2 ਪ੍ਰਾਈਮ ਦੀ ਦੂਰੀ 2t ਹੋਵੇਗੀ, ਬਸ਼ਰਤੇ ਕਿ ਤੁਹਾਡਾ ਓਪਟੀਕਲ ਪਾਥ ਡਿਫਰੈਂਸ t ਹੋਵੇ। ਹੁਣ ਜੋ ਮੇਰੇ ਸਾਹਮਣੇ ਹੈ, ਉਹ ਇਸ ਇੰਟਰਫੇਰੋਮੀਟਰ ਦੀ ਪੂਰੀ ਤਸਵੀਰ ਜਾਂ ਐਨਾਲੌਗ ਹੈ। ਇੱਕ ਤਰ੍ਹਾਂ ਦੀ ਲੀਨੀਅਰ ਵਿਵਸਥਾ ਦੇ ਰੂਪ ਵਿੱਚ, ਪਾਥ ਡਿਫਰੈਂਸ ਸਿਰਫ ਇਹ ਰੀਜਨ ਹੈ ਜੋ ਹਰੇ ਰੰਗ ਵਿੱਚ ਮਾਰਕਡ ਹੈ। ਇਸ ਲਈ, ਇੱਥੇ ਮਿਸ਼ੇਲਸਨ ਇੰਟਰਫੇਰੋਮੀਟਰ ਨੂੰ ਦੋ ਆਰਮਸ ਨਾਲ ਦੇਖਣ ਦਾ ਸਟੈਂਡਰਡ ਵੇ ਹੈ, ਅਤੇ ਇੱਥੇ ਉਹੀ ਮਿਸ਼ੇਲਸਨ ਇੰਟਰਫੇਰੋਮੀਟਰ ਲੀਨੀਅਰਲੀ ਬਣਾਇਆ ਗਿਆ ਹੈ। M1 ਅਤੇ M2 ਪ੍ਰਾਈਮ ਮਿਰਰ ਦੀ ਪੋਜੀਸ਼ਨ ਹਨ, ਜਿਵੇਂ ਕਿ ਡਿਟੈਕਟਰ ਦੁਆਰਾ ਦੇਖਿਆ ਜਾਂਦਾ ਹੈ,
ਅਤੇ S1 ਅਤੇ S2 ਪ੍ਰਾਈਮ ਸਕਰੀਨਾਂ ਦਾ ਰਿਫਲੈਕਸ਼ਨ ਹਨ ਜਿਵੇਂ ਕਿ ਡਿਟੈਕਟਰ ਦੁਆਰਾ ਦੇਖਿਆ ਜਾਂਦਾ ਹੈ। ਇਸ ਤੋਂ ਅਸੀਂ ਇਹ ਪਾਥ ਡਿਫਰੈਂਸ ਪ੍ਰਾਪਤ ਕਰਦੇ ਹਾਂ। ਇਸ ਲਈ ਪਾਥ ਡਿਫਰੈਂਸ 2t cos θ ਹੈ। ਇਸ ਲਈ ਫੇਜ਼ ਡਿਫਰੈਂਸ ਦੀ ਗਣਨਾ ਕਰਨਾ ਸਰਲ ਹੈ 2 ਪਾਈ ਬਾਏ ਲੈਂਬਡਾ ਟਾਈਮਸ 2t cos θ। ਹੁਣ ਸਾਨੂੰ ਕਿਸੇ ਵੀ ਐਡੀਸ਼ਨਲ ਫੇਸਿਸ ਤੇ ਧਿਆਨ ਦੇਣ ਕਰਨ ਦੀ ਲੋੜ ਹੈ ਜੋ ਰਿਫਲੈਕਸ਼ਨ ਦੇ ਕਾਰਨ ਇਕੱਠੇ ਹੋ ਜਾਂਦੇ ਹਨ। ਜਿੱਥੋਂ ਤੱਕ ਪਾਥ ਡਿਫਰੈਂਸ ਦਾ ਸੰਬੰਧ ਹੈ, ਇੱਕ ਮਹੱਤਵਪੂਰਨ ਰਿਫਲੈਕਸ਼ਨ ਸਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਇਹ ਹੈ ਹੋਰੀਜ਼ੋਨਟਲ ਬੀਮ ਜਦੋਂ ਆਉਂਦੀ ਹੈ ਅਤੇ G1 ਦੇ ਨਾਲ ਟਕਰਾਉਂਦੀ ਹੈ ਅਤੇ ਹੇਠਾਂ ਵੱਲ ਰਿਫਲੈਕਟ ਹੁੰਦੀ ਹੈ, ਤਾਂ ਇਹ ਇੱਕ ਕੁਆਂਟੀਟੀ ਪਾਈ ਦੁਆਰਾ ਫੇਜ਼ ਵਿੱਚ ਅਚਾਨਕ ਬਦਲਾਵ ਪ੍ਰਾਪਤ ਕਰਦੀ ਹੈ, ਜਿਸ ਨੂੰ ਜੋੜਨ ਦੀ ਲੋੜ ਹੁੰਦੀ ਹੈ। ਸਿਧਾਂਤਕ ਤੌਰ ਤੇ ਜਦੋਂ ਰਿਫਲੈਕਸ਼ਨ M1 ਅਤੇ M2 ਦੇ ਮਿਰਰ ਤੇ ਹੁੰਦੀ ਹੈ, ਤਾਂ ਪਾਈ ਦਾ ਇੱਕ ਫੇਜ਼ ਚੇਂਜ ਹੋਵੇਗਾ। ਪਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਸਕਦੇ ਹਾਂ ਕਿਉਂਕਿ ਇਹ ਦੋਵੇਂ ਆਰਮਸ ਵਿੱਚ ਜੁੜਨ ਜਾ ਰਿਹਾ ਹੈ। ਅਸੀਂ ਪਾਈ ਦੇ ਦੋਵੇਂ ਐਡੀਸ਼ਨਲ ਫੇਜ਼ ਚੇਂਜ ਦੇ ਬਦਲਾਅ ਨੂੰ ਕੈਂਸਲ ਕਰ ਸਕਦੇ ਹਾਂ ਜੋ ਇੱਥੇ ਹੋਣ ਵਾਲੇ ਰਿਫਲੈਕਸ਼ਨ ਤੋਂ ਆਉਂਦਾ ਹੈ। ਇਹ ਉਹ ਯੋਗਦਾਨ ਹੈ ਜੋ ਸਾਨੂੰ ਜੋੜਨ ਦੀ ਲੋੜ ਹੈ। ਇਸ ਲਈ ਮੈਂ ਇੱਥੇ ਇਸ ਪਾਈ ਨੂੰ ਜੋੜ ਕੇ ਉਸ ਐਡੀਸ਼ਨਲ ਫੇਜ਼ ਦਾ ਲੇਖਾ ਜੋਖਾ ਕੀਤਾ ਹੈ। ਕੰਸਟਰਕਟਿਵ ਇੰਟਰਫੀਅਰੈਂਸ ਲਈ ਕੰਡੀਸ਼ਨ ਇਹ ਹੈ ਕਿ ਇਹ 2t cos θ ਹੋਣਾ ਚਾਹੀਦਾ ਹੈ। M + ਹਾਫ ਲੈਂਬਡਾ। ਇਹ ਉਸ ਐਡੀਸ਼ਨਲ ਫੇਜ਼ ਡਿਫਰੈਂਸ ਨੂੰ ਧਿਆਨ ਵਿੱਚ ਰੱਖਣ ਤੋਂ ਬਾਅਦ ਹੈ। ਮੈਨੂੰ ਬਸ ਸਬਸਟੀਟਿਊਟ ਕਰਨਾ ਪਵੇਗਾ। ਇੱਥੇ ਇਸ ਇਕੁਏਸ਼ਨ ਵਿੱਚ ਜਾਂ ਸਹੀ ਕਿਹਾ ਜਾਵੇ ਤਾਂ ਇੱਥੇ ਇਸ ਇਕੁਏਸ਼ਨ 2t cos θ ਬਰਾਬਰ M + ਹਾਫ ਲੈਂਬਡਾ। ਅਤੇ ਜੇਕਰ ਮੈਂ ਅਜਿਹਾ ਕਰਦਾ ਹਾਂ, ਤਾਂ ਤੁਸੀਂ ਦੇਖੋਗੇ ਕਿ ਮੈਨੂੰ ਫੇਜ਼ ਫਾਈ 2 ਪਾਈ ਟਾਈਮਸ M + 1 ਦੇ ਬਰਾਬਰ ਮਿਲੇਗਾ। M ਇੰਟੀਜਰ ਹੈ ਅਤੇ ਇਸੇ ਤਰ੍ਹਾਂ ਦੂਸਰੀ ਕੰਡੀਸ਼ਨ ਇਹ ਹੈ ਕਿ ਮੈਂ 2t cos θ ਨੂੰ M ਟਾਈਮਸ ਲੈਂਬਡਾ ਦੇ ਬਰਾਬਰ ਲੈ ਸਕਦਾ ਹਾਂ। ਤੁਸੀਂ ਇੱਕ ਵਾਰ ਫਿਰ ਇਸ ਤੇ ਵਾਪਸ ਜਾਓ ਅਤੇ ਇੱਥੇ M ਟਾਈਮਸ ਲੈਂਬਡਾ ਨੂੰ ਸਬਸਟੀਟਿਊਟ ਕਰੋ ਅਤੇ ਇਹ ਤੁਹਾਨੂੰ ਫੇਜ਼ ਦੇਣ ਜਾ ਰਿਹਾ ਹੈ ਜੋ ਕਿ 2M + 1 ਟਾਈਮਸ ਪਾਈ ਦੇ ਬਰਾਬਰ ਹੈ ਅਤੇ ਇਹ ਡਿਸਟ੍ਰਿਕਟਿਵ ਇੰਟਰਫੀਅਰੈਂਸ ਦੀ ਸਥਿਤੀ ਹੈ। ਇਹ ਉਹ ਸਥਿਤੀ ਹੈ ਜੋ ਅਸੀਂ ਨਿਊਟਨਸ ਰਿੰਗਸ ਦੇ ਨਾਲ-ਨਾਲ T ਦੀ ਮੋਟਾਈ ਦੇ ਗਲਾਸ ਸਲੈਬ ਤੋਂ ਆਉਣ ਵਾਲੇ ਇੰਟਰਫੀਅਰੈਂਸ ਦੇ ਮਾਮਲੇ ਲਈ ਦੇਖੀ ਸੀ। ਇੱਕ ਕੌਨਸਟੈਂਟ θ ਵੈਲਿਊ ਵਿੱਚ ਇੱਕ ਲੋਕਸ ਹੋਵੇਗਾ ਜੋ ਇੱਕ ਸਰਕਲ ਵਰਗਾ ਦਿਖਾਈ ਦੇਵੇਗਾ। ਸਾਰੇ ਪੁਆਇੰਟ ਜਿਨ੍ਹਾਂ ਦੀ θ ਵੈਲਿਊ ਇੱਕੋ ਹੈ ਉਹਨਾਂ ਦਾ ਇੱਕ ਬ੍ਰਾਈਟ ਫਰਿੰਜ ਜਾਂ ਡਾਰਕ ਫਰਿੰਜ ਹੋਵੇਗਾ ਜੋ ਇਸ ਤੇ ਨਿਰਭਰ ਕਰਦਾ ਹੈ ਕਿ ਕਿਹੜੀ ਕੰਡੀਸ਼ਨ ਸੰਤੁਸ਼ਟ ਹੋ ਰਹੀ ਹੈ। ਤੁਹਾਨੂੰ ਸਰਕੂਲਰ ਫਰਿੰਜ ਨੂੰ ਦੇਖਣਾ ਚਾਹੀਦਾ ਹੈ। ਯਾਦ ਰੱਖੋ ਕਿ ਇਹ θ ਸਕਰੀਨ ਤੇ ਇੱਕ ਖਾਸ ਪੁਆਇੰਟ ਲਈ ਪਰਿਭਾਸ਼ਿਤ ਕੀਤਾ ਗਿਆ ਹੈ। ਸਕਰੀਨ ਤੇ ਵੱਖ-ਵੱਖ ਪੁਆਇੰਟ ਤੁਹਾਡੇ ਲਈ θ ਦੇ ਵੱਖ-ਵੱਖ ਵੈਲਿਊ ਨੂੰ ਪਰਿਭਾਸ਼ਿਤ ਕਰਨ ਜਾ ਰਹੇ ਹਨ। ਇੰਟਰਫੀਅਰੈਂਸ ਦਾ ਪੂਰਾ ਪੈਟਰਨ ਜੋ ਤੁਸੀਂ ਦੇਖੋਗੇ θ ਵੈਲਿਊ ਦੀ ਇਹਨਾਂ ਸਾਰੀਆਂ ਰੇਂਜਾਂ ਤੋਂ ਯੋਗਦਾਨ ਲਵੇਗਾ। ਜਦੋਂ ਵੀ ਇਹਨਾਂ ਸਥਿਤੀਆਂ ਵਿੱਚੋਂ ਕਿਸੇ ਇੱਕ ਨੂੰ ਸੰਤੁਸ਼ਟ ਕਰਨ ਦੇ ਅਰਥਾਂ ਵਿੱਚ θ ਵੈਲਿਊ ਲੈਂਦਾ ਹੈ, ਤੁਸੀਂ ਜਾਂ ਤਾਂ ਬ੍ਰਾਈਟ ਜਾਂ ਡਾਰਕ ਫਰਿੰਜ ਪ੍ਰਾਪਤ ਕਰੋਗੇ, ਪਰ ਆਮ ਤੌਰ ਤੇ ਨਤੀਜਾ ਇਹ ਆਉਂਦਾ ਹੈ ਕਿ ਇਹ ਇੱਕ ਸਰਕੂਲਰ ਫਰਿੰਜ ਬਣ ਜਾਂਦਾ ਹੈ। ਇੱਥੇ ਮੈਂ ਇਹਨਾਂ ਨਤੀਜਿਆਂ ਦਾ ਸਾਰ ਦੇ ਸਕਦਾ ਹਾਂ ਇੱਕ ਐਕਸਟੈਂਡਡ ਸੋਰਸ ਦੇ ਨਾਲ ਜਿਸਦਾ ਅਸੀਂ ਐਨਾਲਿਸਿਸ ਕੀਤਾ ਹੈ। ਅਸੀਂ ਅਸਲ ਵਿੱਚ ਇੱਕ ਪੁਆਇੰਟ ਸੋਰਸ ਨਾਲ ਸ਼ੁਰੂਆਤ ਕੀਤੀ ਅਤੇ ਕੁਝ ਅਜਿਹਾ ਮਿਰਰ ਵਿੱਚ ਪਾ ਕੇ ਇੱਕ ਐਕਸਟੈਂਡਡ ਸੋਰਸ ਬਣਾ ਦਿੱਤਾ। ਲਾਈਟ ਦੇ ਇੱਕ ਐਕਸਟੈਂਡਡ ਸੋਰਸ ਦੇ ਨਾਲ ਜੋ ਤੁਸੀਂ ਦੇਖੋਗੇ ਉਹ ਸਰਕੂਲਰ ਫਰਿੰਜ ਹਨ ਅਤੇ ਇਸ ਕੇਸ ਵਿੱਚ ਪਾਥ ਡਿਫਰੈਂਸ 2t cos θ ਹੈ। ਇਹ ਉਹ ਕੇਸ ਹੈ ਜਿਸ ਦਾ ਅਸੀਂ ਐਨਾਲਿਸਿਸ ਕੀਤਾ ਹੈ। ਦੂਜੇ ਪਾਸੇ ਤੁਸੀਂ ਲਾਈਟ ਦੇ ਪੁਆਇੰਟ ਸੋਰਸ ਦੀ ਵਰਤੋਂ ਕਰਕੇ ਕਿਸੇ ਸਧਾਰਨ ਮਾਮਲੇ ਤੇ ਵਿਚਾਰ ਕਰ ਸਕਦੇ ਹੋ। ਜੇਕਰ ਤੁਸੀਂ ਲਾਈਟ ਦੇ ਪੁਆਇੰਟ ਸੋਰਸ ਦੀ ਵਰਤੋਂ ਕਰਦੇ ਹੋ ਤਾਂ ਇਹ ਕਹਿਣਾ ਕਿ ਇੱਥੇ ਸਿਰਫ ਇੱਕ ਪੁਆਇੰਟ ਹੈ, ਸਕਰੀਨ ਤੇ ਸਿਰਫ ਇੱਕ ਪੁਆਇੰਟ ਹੈ ਜੋ ਕਿ ਲਾਈਟ ਕਰਦਾ ਹੈ, ਬਾਕੀ ਸਭ ਕੁਝ ਡਾਰਕ ਹੈ। ਤੁਸੀਂ ਸੋਰਸ ਤੋਂ ਆਉਣ ਵਾਲੀ ਲਾਈਟ ਦੀ ਇੱਕ ਕਿਰਨ ਕਾਰਨ ਹੋ ਰਹੇ ਇੰਟਰਫੀਅਰੈਂਸ ਨੂੰ ਦੇਖ ਰਹੇ ਹੋ ਅਤੇ ਉਸ ਸਥਿਤੀ ਵਿੱਚ θ 0 ਦੇ ਬਰਾਬਰ ਹੈ। ਪਾਥ ਡਿਫਰੈਂਸ ਸਿਰਫ 2t ਹੋਵੇਗਾ। ਇਹ ਕਹਿਣ ਦੇ ਬਰਾਬਰ ਹੈ ਕਿ ਲਾਈਟ ਦੀ ਇੱਕ ਕਿਰਨ ਹੈ ਜੋ ਇੰਟਰਫੇਰੋਮੀਟਰ ਦੀਆਂ ਦੋ ਆਰਮਸ ਵਿੱਚੋਂ ਲੰਘਦੀ ਹੈ ਅਤੇ ਪਾਥ ਡਿਫਰੈਂਸ ਸਿਰਫ ਟਰੈਵਲ ਡਿਸਟੈਂਸ ਵਿੱਚ ਅੰਤਰ ਹੈ ਅਤੇ ਇਹ ਸਿਰਫ 2t ਦੇ ਬਰਾਬਰ ਹੈ।
ਅਤੇ ਜੋ ਤੁਸੀਂ ਦੇਖੋਗੇ ਉਹ ਸਰਕੂਲਰ ਫਰਿੰਜ ਨਹੀਂ ਹਨ ਪਰ ਕਿਉਂਕਿ ਹੁਣ ਹਰ ਪੈਰਾਮੀਟਰ ਫਿਕਸ ਕੀਤਾ ਗਿਆ ਹੈ। ਇਸ ਪ੍ਰੋਬਲਮ ਵਿੱਚ ਕੋਈ ਥੀਟਾ ਨਹੀਂ ਹੈ। t ਸਿਰਫ ਇੱਕ ਵੈਲਿਊ ਹੈ ਅਤੇ ਇਹ ਵੀ ਫਿਕਸਡ ਹੈ, ਇਸ ਲਈ ਤੁਸੀਂ ਜਾਂ ਤਾਂ ਦੇਖੋਗੇ ਤੁਸੀਂ ਮੂਲ ਰੂਪ ਵਿੱਚ ਯੂਨੀਫਾਰਮ ਇਲੂਮੀਨੇਸ਼ਨ ਦੇਖੋਗੇ। ਇਹ ਜਾਂ ਤਾਂ ਡਾਰਕ ਜਾਂ ਬ੍ਰਾਈਟ ਹੋਵੇਗਾ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਇਹਨਾਂ ਵਿੱਚੋਂ ਕਿਹੜੀਆਂ ਕੰਡੀਸ਼ਨਾਂ ਸੰਤੁਸ਼ਟ ਹੁੰਦੀਆਂ ਹਨ। ਇਸ ਮਾਈਕਲਸਨ ਇੰਟਰਫੇਰੋਮੀਟਰ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ। ਜਿਵੇਂ ਕਿ ਮੈਂ ਸਪੈਕਟਰਾ ਦੀ ਵੇਵਲੈਂਥ ਨੂੰ ਨਿਰਧਾਰਤ ਕਰਨ ਸਮੇਂ ਕਿਹਾ ਹੈ। ਪਰ ਇਸ ਤੋਂ ਪਹਿਲਾਂ ਇੱਕ ਮਹੱਤਵਪੂਰਨ ਸਵਾਲ ਦਾ ਜਵਾਬ ਦੇਣ ਦੀ ਲੋੜ ਹੈ। ਮੰਨ ਲਓ ਕਿ ਤੁਹਾਡੇ ਲਾਈਟ ਦੇ ਸੋਰਸ ਵਿੱਚ ਦੋ ਵੇਵਲੈਂਥ ਹਨ ਜੋ ਇੱਕ ਦੂਜੇ ਦੇ ਬਹੁਤ ਨੇੜੇ ਹਨ। ਉਦਾਹਰਨ ਲਈ ਸੋਡੀਅਮ ਲਾਈਨ D2 ਲਾਈਨ ਅਸਲ ਵਿੱਚ ਦੋ ਲਾਈਨਾਂ ਤੋਂ ਬਣੀ ਹੁੰਦੀ ਹੈ ਜੋ ਵੇਵਲੈਂਥ ਜਾਂ ਫ੍ਰੀਕੁਐਂਸੀ ਵਿੱਚ ਇੱਕ ਦੂਜੇ ਦੇ ਬਹੁਤ ਨੇੜੇ ਹੁੰਦੀਆਂ ਹਨ। ਇਹ ਇੰਟਰਫੇਰੋਮੀਟਰ ਸਾਨੂੰ ਦੱਸਦਾ ਹੈ ਕਿ ਇਹ ਅਸਲ ਵਿੱਚ ਦੋ ਲਾਈਨਾਂ ਦਾ ਬਣਿਆ ਹੋਇਆ ਹੈ। ਇਹ ਸਪੈਕਟਰਲ ਲਾਈਨਜ਼ ਦੇ ਰਿਜ਼ੋਲੂਸ਼ਨ ਦਾ ਸਵਾਲ ਹੈ। ਇੱਥੇ ਮੈਂ ਇਹ ਮੰਨ ਲਿਆ ਹੈ ਕਿ ਮੇਰੇ ਕੋਲ ਇਹ ਸੋਰਸ ਹੈ ਜੋ ਲਾਲ ਰੰਗ ਵਿੱਚ ਮਾਰਕ ਕੀਤਾ ਗਿਆ ਹੈ ਅਤੇ ਇਹ ਲਾਈਟ ਦੇ ਰਿਹਾ ਹੈ। ਆਮ ਤੌਰ ਤੇ ਜਦੋਂ ਅਸੀਂ ਇੰਟਰਫੇਰੋਮੀਟਰ ਨਾਲ ਇਹ ਐਨਾਲਿਸਿਸ ਕਰਦੇ ਹਾਂ ਤਾਂ ਅਸੀਂ ਇਹ ਮੰਨਦੇ ਹਾਂ ਕਿ ਇਹ ਲਾਈਟ ਦਾ ਕੋਹੇਰੈਂਟ ਸੋਰਸ ਹੈ ਅਤੇ ਇਹ ਮੋਨੋਕ੍ਰੋਮੈਟਿਕ ਹੈ, ਮਤਲਬ ਕਿ ਇਸ ਦੀ ਸਟੀਕ ਤੌਰ ਤੇ ਇੱਕ ਵੇਵਲੈਂਥ ਹੈ। ਪਰ ਹੁਣ ਮੈਂ ਮੰਨਦਾ ਹਾਂ ਕਿ ਇਹ ਅਸਲ ਵਿੱਚ ਦੋ ਵੇਵਲੈਂਥ ਹਨ, ਇੱਕ ਲੈਂਬਡਾ ਹੈ, ਦੂਸਰਾ ਲੈਂਬਡਾ ਪਲਸ ਡੈਲਟਾ ਲੈਂਬਡਾ ਹੈ ਅਤੇ ਮੈਂ ਇਹ ਦਰਸਾਉਣ ਲਈ ਡੈਲਟਾ ਲੈਂਬਡਾ ਦੀ ਵਰਤੋਂ ਕਰਦਾ ਹਾਂ ਕਿ ਦੂਜਾ ਪਹਿਲੇ ਦੇ ਬਹੁਤ ਨੇੜੇ ਹੈ। ਇੱਥੇ ਇਹ ਸਟੇਟਮੈਂਟ ਹੈ ਕਿ ਡੈਲਟਾ ਲੈਂਬਡਾ 1 ਤੋਂ ਬਹੁਤ ਘੱਟ ਹੈ। ਇਹ ਹੁਣ ਬਹੁਤ ਛੋਟਾ ਹੈ। ਮੈਂ ਕੀ ਉਮੀਦ ਕਰਾਂਗਾ ਜੇਕਰ ਮੰਨ ਲਓ ਕਿ ਮੈਂ ਇਸ ਲਾਈਟ ਨੂੰ ਆਪਣੇ ਮਿਸ਼ੇਲਸਨ ਇੰਟਰਫੇਰੋਮੀਟਰ ਰਾਹੀਂ ਲੰਘਾਉਂਦਾ ਹਾਂ ਅਤੇ ਮੈਂ ਇੰਟੈਂਸਿਟੀ ਦਾ ਪਲੋਟ ਬਣਾਉਂਦਾ ਹਾਂ ਤਾਂ ਮੈਂ ਇਸ ਤਰ੍ਹਾਂ ਦੀ ਉਮੀਦ ਕਰਦਾ ਹਾਂ। ਮੈਂ ਫੇਜ਼ ਡਿਫਰੈਂਸ ਫਾਈ ਦੇ ਫੰਕਸ਼ਨ ਦੇ ਤੌਰ ਤੇ ਉਮੀਦ ਕੀਤੀ ਇੰਟੈਂਸਿਟੀ ਨੂੰ ਦਿਖਾਇਆ ਹੈ ਵੇਵਲੈਂਥ ਲੈਂਬਡਾ ਨਾਲ ਸੰਬੰਧਿਤ। ਇਹ ਕਾਲੀ ਲਾਈਨ ਹੈ। ਫਿਰ ਇਹ ਲਾਲ ਲਾਈਨ ਹੈ ਜੋ ਤੁਸੀਂ ਦੇਖ ਸਕਦੇ ਹੋ ਕਿ ਇੰਟੈਂਸਿਟੀ ਨੂੰ ਫਾਈ ਦੇ ਇੱਕ ਫੰਕਸ਼ਨ ਵਜੋਂ ਪਲਾਟ ਕੀਤਾ ਗਿਆ ਹੈ। ਇਹ ਲਾਲ ਲਾਈਨ ਲੈਂਬਡਾ ਪਲਸ ਡੈਲਟਾ ਲੈਂਬਡਾ ਲਈ ਹੈ। ਤਾਂ ਅਭਿਆਸ ਲਈ ਸਵਾਲ ਇਹ ਹੈ ਕਿ ਤੁਸੀਂ ਇਹਨਾਂ ਦੋ ਪੀਕ ਨੂੰ ਵੱਖ ਕਰ ਸਕਦੇ ਹੋ। ਕੀ ਤੁਸੀਂ ਇਹਨਾਂ ਦੋ ਪੀਕ ਨੂੰ ਰਿਜ਼ੋਲਵ ਕਰ ਸਕਦੇ ਹੋ? ਸੋਡੀਅਮ ਵੇਪਰ ਲੈਂਪ ਦੋ ਸੋਡੀਅਮ ਲਾਈਨਾਂ D1 ਅਤੇ D2 ਨਾਲ ਬਣੀ ਹੋਈ ਹੈ ਕਿਉਂਕਿ ਇਸ ਨੂੰ ਕਿਹਾ ਜਾਂਦਾ ਹੈ ਜੋ ਦੇਖਿਆ ਗਿਆ ਸੀ ਕਿ ਇਹ ਫਰਿੰਜ ਹਨ ਜੋ ਇੱਥੇ ਬਣਾਏ ਗਏ ਹਨ। ਜਦੋਂ M 490 ਹੈ, ਇੰਟਰਫੀਅਰੈਂਸ ਦਾ ਆਰਡਰ 490 ਹੈ, ਅਸਲ ਵਿੱਚ ਬਹੁਤ ਵੱਡਾ ਆਰਡਰ ਹੈ। ਇਸ ਲਈ ਜਦੋਂ M 490 ਹੁੰਦਾ ਹੈ ਤਾਂ ਇਹ ਫਰਿੰਜ ਗਾਇਬ ਹੋ ਜਾਂਦਾ ਹੈ ਅਤੇ ਦੁਬਾਰਾ ਜਦੋਂ M 980 ਬਣ ਜਾਂਦਾ ਹੈ ਤਾਂ ਉਹ ਦੁਬਾਰਾ ਅਪੀਅਰ ਹੁੰਦੇ ਹਨ। ਇਹ ਕੁਝ ਅਜਿਹਾ ਸੀ ਜੋ ਦੇਖਿਆ ਗਿਆ ਸੀ। ਆਮ ਤੌਰ ਤੇ ਦੋ ਪੀਕ ਵਿਚਕਾਰ ਇਹ ਦੂਰੀ ਇੰਟਰਫੀਅਰੈਂਸ M ਦੇ ਆਰਡਰ ਨਾਲ ਵੱਧਦੀ ਹੈ। ਯਾਦ ਰੱਖੋ ਕਿ M ਉਹ ਹੈ ਜਿਸ ਨੂੰ ਅਸੀਂ ਇੱਥੇ ਇਸ ਇੰਟੀਜਰ ਵਜੋਂ ਪਰਿਭਾਸ਼ਿਤ ਕੀਤਾ ਹੈ। M ਬਰਾਬਰ 0 ਦਾ ਮਤਲਬ 0ਵਾਂ ਆਰਡਰ ਫਰਿੰਜ ਹੋਵੇਗਾ। M ਬਰਾਬਰ 1 ਫਸਟ ਆਰਡਰ ਫਰਿੰਜ ਹੈ ਅਤੇ ਇਸ ਤਰ੍ਹਾਂ ਹੋਰ। ਇਹ ਸਿਰਫ ਇਸ ਲਈ ਹੈ ਕਿਉਂਕਿ ਇੱਥੇ ਦਰਸਾਏ ਗਏ ਪੀਕ ਵਿਚਕਾਰ ਇਹ ਦੂਰੀ ਆਰਡਰ ਦੇ ਨਾਲ ਬਦਲ ਜਾਂਦੀ ਹੈ ਅਤੇ ਕਿਸੇ ਆਰਡਰ ਤੇ ਪੀਕ ਮਿਲ ਜਾਂਦੀਆਂ ਹਨ। ਜਦੋਂ ਇੰਟਰਫੀਅਰੈਂਸ ਦਾ ਪੈਟਰਨ ਸਪਸ਼ਟ ਤੌਰ ਤੇ ਦਿਖਾਈ ਦਿੰਦਾ ਹੈ ਕਿ ਅਜਿਹਾ 980 ਤੇ ਹੁੰਦਾ ਹੈ, ਜਦੋਂ ਕਿ 480 ਤੇ ਇਹ ਬਸ ਅਲੋਪ ਹੋ ਜਾਂਦਾ ਹੈ ਕਿਉਂਕਿ ਇੱਕ ਦਾ ਪੀਕ ਦੂਜੇ ਦੇ ਮਿਨੀਮਮ ਨਾਲ ਕੋਇਨਸਾਈਡ ਕਰਦਾ ਹੈ। ਇਸ ਦੇ ਆਧਾਰ ਤੇ ਮਿਸ਼ੇਲਸਨ ਦੁਆਰਾ ਵਿਜ਼ਿਬਿਲਿਟੀ ਨਾਮਕ ਕੁਆਂਟੀਟੀ ਨੂੰ ਪਰਿਭਾਸ਼ਿਤ ਕੀਤਾ ਗਿਆ ਸੀ। ਇਹ I ਮੈਕਸ ਮਾਈਨਸ I ਮਿਨ ਭਾਗ I ਮੈਕਸ ਪਲਸ I ਮਿਨ ਹੈ। ਤੁਸੀਂ ਆਪਣੇ ਆਪ ਨੂੰ ਯਕੀਨ ਦਿਵਾ ਸਕਦੇ ਹੋ ਜੇਕਰ ਤੁਸੀਂ ਮੋਨੋਕ੍ਰੋਮੈਟਿਕ ਲਾਈਟ ਦੀ ਵਰਤੋਂ ਕਰ ਰਹੇ ਹੋ। ਫਿਰ I ਮਿਨ ਹੈ 0 I ਮੈਕਸ ਕੋਈ ਸੰਖਿਆ ਹੈ ਜਿਸ ਨੂੰ ਤੁਸੀਂ ਸਕੇਲ ਕਰ ਸਕਦੇ ਹੋ ਅਤੇ ਇਸ ਨੂੰ 1 ਲੈ ਸਕਦੇ ਹੋ। ਵਿਜ਼ਿਬਿਲਿਟੀ 1 ਹੋਵੇਗੀ। 0 ਵਿਜ਼ਿਬਿਲਿਟੀ ਦੀ ਸਥਿਤੀ ਉਦੋਂ ਹੁੰਦੀ ਹੈ ਜਦੋਂ ਮੈਂ ਕਿਹਾ ਕਿ ਇੱਕ ਦੀ ਪੀਕ ਦੂਜੇ ਦੇ 0 ਤੇ ਹੁੰਦੀ ਹੈ, ਜਿਸ ਦਾ ਮਤਲਬ ਹੈ ਕਿ ਇਹ ਕੰਡੀਸ਼ਨ ਪੂਰੀ ਕੀਤੀ ਜਾ ਰਹੀ ਹੈ। ਜੇਕਰ ਮੈਂ ਵੇਵਲੈਂਥ ਵਿੱਚੋਂ ਇੱਕ ਨੂੰ ਜਾਣਦਾ ਹਾਂ, ਮੰਨ ਲਓ ਕਿ ਲੈਂਬਡਾ ਦਾ ਸਾਨੂੰ ਪਤਾ ਹੈ
ਅਤੇ ਜੇਕਰ ਮੈਂ ਜਾਣਦਾ ਹਾਂ ਕਿ ਪ੍ਰਯੋਗਾਤਮਕ ਤੌਰ ਤੇ 490 ਦੇ ਬਰਾਬਰ m ਹੈ, ਤਾਂ ਵਿਜ਼ਿਬਿਲਿਟੀ ਅਸਲ ਵਿੱਚ ਛੋਟੀ ਹੋ ਜਾਂਦੀ ਹੈ। ਉਸ ਸਥਿਤੀ ਵਿੱਚ ਇਸ ਇਕੁਏਸ਼ਨ ਤੋਂ ਤੁਸੀਂ ਪਤਾ ਲਗਾ ਸਕਦੇ ਹੋ ਕਿ ਡੈਲਟਾ ਲੈਂਬਡਾ ਕੀ ਹੈ। ਅਤੇ ਸੋਡੀਅਮ ਲਾਈਨਾਂ ਦੇ ਮਾਮਲੇ ਲਈ, ਜੋ ਕਿ ਸੋਡੀਅਮ ਵੇਪਰ ਲੈਂਪ ਤੋਂ ਆਉਂਦੇ ਹਨ, ਡੈਲਟਾ ਲੈਂਬਡਾ 0.0006 ਮਾਈਕਰੋਮੀਟਰ ਦੇ ਆਰਡਰ ਦਾ ਹੈ। ਇਹ ਤੁਹਾਨੂੰ ਦੋ ਵੱਖ-ਵੱਖ ਲਾਈਨਾਂ ਦੱਸਦਾ ਹੈ, ਜੋ ਸੋਡੀਅਮ D2 ਲਾਈਨਾਂ D1 ਅਤੇ D2 ਲਾਈਨਾਂ ਬਣਾਉਂਦੀਆਂ ਹਨ। ਇਸ ਨੂੰ ਸੋਡੀਅਮ ਡਬਲੈਟ ਕਿਹਾ ਜਾਂਦਾ ਹੈ। ਹੁਣ ਫੈਬਰੀ ਪੈਰੋਟ ਇੰਟਰਫੇਰੋਮੀਟਰ ਨੂੰ ਵੇਖਦੇ ਹਾਂ। ਮੇਰੇ ਕੋਲ ਇਹ ਇਨਸੀਡੈਂਟ ਬੀਮ ਹੈ, ਜੋ ਹੇਠਲੇ ਖੱਬੇ ਸਿਰੇ ਤੋਂ ਆ ਰਹੀ ਹੈ। ਫੈਬਰੀ ਪੈਰੋਟ ਇੰਟਰਫੇਰੋਮੀਟਰ ਦਾ ਮੁੱਖ ਹਿੱਸਾ ਇਹ ਇਟਾਲੋਨ ਹੈ, ਜੋ ਟਰਾਂਸਮਿਸ਼ਨ ਦੀ ਆਗਿਆ ਦਿੰਦਾ ਹੈ। ਤਾਂ ਇਨਕਮਿੰਗ ਬੀਮ ਇਸ ਇਟਾਲੋਨ ਵਿੱਚ ਟਰਾਂਸਮਿਟ ਹੋ ਜਾਂਦੀ ਹੈ। ਅਤੇ ਅਸੀਂ ਇਹ ਮੰਨਦੇ ਹਾਂ ਕਿ ਅੰਦਰਲਾ ਮਟੀਰੀਅਲ ਹਵਾ ਹੈ। ਟਰਾਂਸਮਿਟ ਕੀਤਾ ਗਿਆ ਫ੍ਰੈਕਸ਼ਨ T ਹੈ। ਅਤੇ ਕਿਸੇ ਪੁਆਇੰਟ ਤੇ ਇਹ ਜਾ ਕੇ ਉੱਪਰਲੀ ਸਤ੍ਹਾ ਨਾਲ ਟਕਰਾ ਜਾਂਦਾ ਹੈ। ਉਸ ਸਮੇਂ ਇਸ ਦਾ ਇੱਕ ਹਿੱਸਾ ਬਾਹਰ ਟਰਾਂਸਮਿਟ ਹੋ ਜਾਂਦਾ ਹੈ, ਅਤੇ ਕੁਝ ਹਿੱਸਾ ਵਾਪਸ ਅੰਦਰ ਰਿਫਲੈਕਟ ਹੋ ਜਾਂਦਾ ਹੈ। ਅਤੇ ਉਹ ਹਿੱਸਾ ਜੋ ਅੰਦਰ ਵਾਪਸ ਰਿਫਲੈਕਟ ਹੁੰਦਾ ਹੈ, ਦੁਬਾਰਾ ਇਟਾਲੋਨ ਦੇ ਹੇਠਲੇ ਸਿਰੇ ਤੋਂ ਰਿਫਲੈਕਟ ਹੁੰਦਾ ਹੈ। ਅਤੇ ਦੁਬਾਰਾ ਇਹ ਇਟਾਲੋਨ ਦੇ ਉੱਪਰਲੇ ਸਿਰੇ ਤੋਂ ਰਿਫਲੈਕਟ ਹੁੰਦਾ ਹੈ। ਅਤੇ ਇਸ ਤਰ੍ਹਾਂ ਚੱਲਦਾ ਰਹਿੰਦਾ ਹੈ। ਇਸ ਲਈ ਐਡਜਸਟ ਕੀਤਾ ਗਿਆ ਹੈ ਕਿ ਟਰਾਂਸਮਿਸ਼ਨ ਸਿਰਫ ਉੱਪਰਲੇ ਸਿਰੇ ਤੋਂ ਸੰਭਵ ਹੈ, ਨਾ ਕਿ ਹੇਠਲੇ ਸਿਰੇ ਤੋਂ। ਫਿਰ ਤੁਸੀਂ ਆਉਟਪੁੱਟ N ਜਾਂ ਉੱਪਰਲੇ ਸਿਰੇ ਤੋਂ ਦੇਖੋਗੇ। ਮਲਟੀਪਲ ਬੀਮ ਜੋ ਬਾਹਰ ਆ ਰਹੀਆਂ ਹਨ, ਉਹਨਾਂ ਵਿੱਚੋਂ ਹਰ ਬੀਮ ਪਾਰਸ਼ਲੀ ਟਰਾਂਸਮਿਟ ਬੀਮ ਹੈ। ਸ਼ੁਰੂਆਤੀ ਬੀਮ ਫ੍ਰੈਕਸ਼ਨ T ਇਟਾਲੋਨ ਵਿੱਚ ਟਰਾਂਸਮਿਟ ਕੀਤਾ ਜਾਂਦਾ ਹੈ, ਅਤੇ ਉਸ ਵਿੱਚੋਂ T ਪ੍ਰਾਈਮ ਨੂੰ ਬਾਹਰ ਟਰਾਂਸਮਿਟ ਕੀਤਾ ਜਾਂਦਾ ਹੈ। ਮੇਰੇ ਕੋਲ T ਪ੍ਰਾਈਮ ਨਹੀਂ ਹੈ, ਜੋ ਬਾਹਰ ਜਾਂਦਾ ਹੈ। ਅਤੇ T ਜੋ R ਤੋਂ ਵੱਖ ਹੋਇਆ ਹੈ ਵਾਪਸ ਰਿਫਲੈਕਟ ਹੁੰਦਾ ਹੈ। ਮੇਰੇ ਕੋਲ ਇਹ RT ਫ੍ਰੈਕਸ਼ਨ ਹੈ, ਜੋ ਵਾਪਸ ਰਿਫਲੈਕਟ ਹੁੰਦਾ ਹੈ। ਅਤੇ ਹੁਣ ਇਹ ਇਸ ਪੁਆਇੰਟ ਤੇ ਹੇਠਲੇ ਸਿਰੇ ਤੋਂ ਵਾਪਸ ਰਿਫਲੈਕਟ ਹੋਇਆ ਹੈ। ਅਤੇ ਇੱਥੇ ਕੰਪੋਨੈਂਟ ਵਿੱਚ R×T ਹੋਵੇਗਾ। ਇਸ ਵਿੱਚ ਦੋ ਰਿਫਲੈਕਸ਼ਨ ਅਤੇ ਇੱਕ ਟਰਾਂਸਮਿਸ਼ਨ ਹੋਇਆ ਹੈ। ਉਹ R² ਹੈ। ਅਤੇ ਜਦੋਂ ਇਹ ਇਸ ਪੁਆਇੰਟ ਤੱਕ ਪਹੁੰਚਦਾ ਹੈ ਤਾਂ ਇੱਥੇ ਇੱਕ ਹੋਰ ਟਰਾਂਸਮਿਸ਼ਨ ਹੋਣ ਜਾ ਰਿਹਾ ਹੈ। ਇਹ ਇੱਕ ਫੈਕਟਰ T ਪ੍ਰਾਈਮ ਦੁਆਰਾ ਟਰਾਂਸਮਿਟ ਹੁੰਦਾ ਹੈ। ਇਹ R² T ਪ੍ਰਾਈਮ ਹੋਵੇਗਾ। ਇਹ ਬੀਮ ਹਨ ਜੋ ਉੱਪਰਲੇ ਸਿਰੇ ਤੋਂ ਬਾਹਰ ਆਉਂਦੀਆਂ ਹਨ। ਇਹ ਇੰਟਰਫੀਅਰ ਕਰਨ ਜਾ ਰਹੀਆਂ ਹਨ। ਇੱਥੇ ਧਿਆਨ ਦੇਣ ਯੋਗ ਮਹੱਤਵਪੂਰਨ ਨੋਟ ਇਹ ਹੈ ਕਿ ਇਹਨਾਂ ਵਿੱਚੋਂ ਹਰ ਇੱਕ ਬਾਹਰ ਜਾਣ ਵਾਲੀ ਬੀਮ ਇੱਥੇ ਇੱਕ ਦੂਜੇ ਦੇ ਸੰਬੰਧ ਵਿੱਚ, ਗੁਆਂਢੀਆਂ ਦੇ ਸੰਬੰਧ ਵਿੱਚ ਇੱਕ ਕੌਨਸਟੈਂਟ ਫੇਜ਼ ਡਿਫਰੈਂਸ ਨੂੰ ਕਾਇਮ ਰੱਖਦੀ ਹੈ। ਹੁਣ ਜੇਕਰ ਮੈਂ ਪ੍ਰਯੋਗਾਤਮਕ ਤੌਰ ਤੇ ਇਸ ਇੰਟਰਫੀਅਰੈਂਸ ਦੇ ਪੈਟਰਨ ਨੂੰ ਦੇਖਣਾ ਚਾਹੁੰਦਾ ਹਾਂ, ਤਾਂ ਮੈਨੂੰ ਬਸ ਕੁਝ ਕਨਵਰਜਿੰਗ ਲੈਂਜ਼ ਲਗਾਉਣ ਦੀ ਲੋੜ ਹੈ। ਇਹ ਇੱਕ ਕਾਨਵੈਕਸ ਲੈਂਸ ਹੋ ਸਕਦਾ ਹੈ ਅਤੇ ਫਿਰ ਇਸ ਨੂੰ ਇੱਕ ਡਿਟੈਕਟਰ ਵਿੱਚ ਪਾਓ। ਫਿਰ ਤੁਸੀਂ ਇਹਨਾਂ ਸਾਰੀਆਂ ਬੀਮ ਨੂੰ ਇੱਕ ਪੁਆਇੰਟ ਵਿੱਚ ਬਦਲ ਸਕਦੇ ਹੋ ਅਤੇ ਨੈਟ ਰਿਜ਼ਲਟ ਦੇਖ ਸਕਦੇ ਹੋ। ਤੁਸੀਂ ਉਹਨਾਂ ਵਿੱਚੋਂ ਪਹਿਲੇ ਦੋ ਨੂੰ ਇੱਥੇ ਲਿਆ ਹੈ। ਇਹ ਇਨਕਮਿੰਗ ਬੀਮ ਹੈ, ਅਤੇ ਬੇਸ਼ੱਕ ਇਹ ਲੰਘਦੀ ਹੈ ਪੁਆਇੰਟ A2 ਤੇ ਰਿਫਲੈਕਟ ਹੁੰਦੀ ਹੈ। ਅਤੇ ਇੱਕ ਹਿੱਸਾ ਹੈ ਜੋ ਟਰਾਂਸਮਿਟ ਹੁੰਦਾ ਹੈ ਅਤੇ ਪੁਆਇੰਟ A3 ਦੇ ਵਿੱਚੋਂ ਲੰਘਦਾ ਹੈ ਅਤੇ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਅਤੇ ਰਿਫਲੈਕਟਿਡ ਪਾਥ ਦੁਬਾਰਾ ਇੱਕ ਤੇ ਰਿਫਲੈਕਟ ਹੋ ਜਾਂਦਾ ਹੈ। ਅਤੇ ਫਿਰ ਇੱਕ ਹਿੱਸਾ ਹੈ ਜੋ 4 ਅਤੇ ਇਸ ਤਰ੍ਹਾਂ ਨਾਲ ਗੁਆਂਢੀ ਬੀਮਾਂ ਵਿੱਚ ਟਰਾਂਸਮਿਟ ਹੁੰਦਾ ਹੈ ਜੋ ਕਿ ਇਟਾਲੋਨ ਤੋਂ ਬਾਹਰ ਆ ਰਹੀਆਂ ਹਨ। ਹੁਣ ਇਹਨਾਂ ਦੋ ਗੁਆਂਢੀ ਬੀਮਾਂ ਵਿੱਚ ਪਾਥ ਡਿਫਰੈਂਸ ਕੀ ਹੈ? ਅਸੀਂ ਆਸਾਨੀ ਨਾਲ ਦੇਖ ਸਕਦੇ ਹਾਂ ਕਿ ਪਾਥ ਡਿਫਰੈਂਸ A ਪਾਰਟ A1 A2 ਅਤੇ 1 A4 ਹੋਵੇਗਾ। ਅਤੇ ਤੁਹਾਨੂੰ ਇਸ ਨੂੰ A2 A3 ਵਿੱਚ ਸਬਟਰੈਕਟ ਕਰਨ ਦੀ ਲੋੜ ਹੈ। ਅਤੇ ਹੁਣ ਇਹ ਮਹਿਸੂਸ ਕਰਨਾ ਵੀ ਆਸਾਨ ਹੈ ਕਿ ਇਹ ਦੋ ਕੁਆਂਟੀਟੀਜ਼ A1 A2 ਅਤੇ A2 A4 ਦੇ ਬਿਲਕੁਲ ਬਰਾਬਰ ਹਨ। ਇਸ ਲਈ ਮੈਂ ਇਹ ਦਰਸਾਉਂਦਾ ਹਾਂ ਕਿ ਮੇਰਾ ਪਾਥ ਡਿਫਰੈਂਸ ਡੈਲਟਾ A1 A2 A2 A3 ਹੈ।
ਮੈਂ ਇੱਥੇ ਇੱਕ ਵਾਰ ਫਿਰ ਇਹ ਚਿੱਤਰ ਬਣਾਉਂਦਾ ਹਾਂ। ਇਹ ਟਰਾਇੰਗਲ ਇੱਥੇ, ਇਹ ਇੱਕ ਇਹ 2 ਅਤੇ ਲਾਲ ਲਾਈਨ ਮਿਲ ਕੇ ਇੱਕ ਰਾਈਟ ਟਰਾਇੰਗਲ ਬਣਾਉਂਦੇ ਹਨ। ਅਤੇ ਉੱਥੋਂ ਅਸੀਂ ਪਰਿਭਾਸ਼ਿਤ ਕਰ ਸਕਦੇ ਹਾਂ ਕਿ cos ਥੀਟਾ ਕੀ ਹੈ ਅਤੇ ਇਹ ਯਾਦ ਰੱਖੋ ਕਿ d ਈਟਾਲੋਨ ਦੇ ਉੱਪਰ ਅਤੇ ਹੇਠਲੇ ਹਿੱਸੇ ਵਿਚਕਾਰ ਦੂਰੀ ਹੈ। ਇਸ ਲਈ cos ਥੀਟਾ ਬਸ ਇਸ ਦੂਰੀ a1 ਦੁਆਰਾ ਡਿਵਾਈਡਡ ਹੈ। ਅਤੇ ਇੱਥੋਂ ਮੈਂ a1 ਲਈ ਇੱਕ ਐਕਸਪ੍ਰੈਸ਼ਨ ਲਿਖ ਸਕਦਾ ਹਾਂ ਜੋ d ਡਿਵਾਈਡਡ ਬਾਏ cos ਥੀਟਾ ਹੋਵੇਗਾ। ਹੁਣ ਅਸੀਂ ਇਸ ਟਰਾਇੰਗਲ A2 A3 A4 ਨੂੰ ਪੀਕ ਤੇ ਟਰਾਇੰਗਲ ਦੇਖਦੇ ਹਾਂ। ਇੱਥੋਂ ਮੈਂ sin ਥੀਟਾ ਲਿਖ ਸਕਦਾ ਹਾਂ। ਇੱਥੇ ਧਿਆਨ ਦਿਓ ਕਿ ਪੁਆਇੰਟ A4 ਤੇ ਐਂਗਲ ਹੈ। ਅਸਲ ਵਿੱਚ ਅੰਗੂਲਰ A1 ਦੇ ਸਮਾਨ ਹੈ। A1 ਵਿੱਚ 2 ਥੀਟਾ ਹਨ। ਜਿਸ ਸਥਿਤੀ ਵਿੱਚ ਇਹ ਥੀਟਾ ਹੋਵੇਗਾ, sin ਥੀਟਾ ਫਿਰ A2 A3 ਦੇ ਬਰਾਬਰ ਹੋਵੇਗਾ, ਜਿਸ ਨੂੰ ਹਾਈਪੋਟੇਨਿਊਜ਼ ਨਾਲ ਓਪੋਜ਼ਿਟ ਸਾਈਡ ਨਾਲ ਡਿਵਾਈਡ ਕੀਤਾ ਗਿਆ ਹੈ। ਅਤੇ ਹਾਈਪੋਟੇਨਿਊਜ਼ A2 A4 ਹੈ ਅਤੇ A2 A4 ਜਿਵੇਂ ਤੁਸੀਂ ਦੇਖਦੇ ਹੋ ਇਹ ਹੋਰੀਜ਼ੋਨਟਲ ਲਾਈਨ ਹੈ। ਅਤੇ ਇਸ ਨੂੰ ਗਿਆਤ ਪੈਰਾਮੀਟਰਾਂ ਦੇ ਟਰਮਸ ਵਿੱਚ ਲਿਖਣ ਲਈ ਮੈਂ ਇੱਕ ਵਾਰ ਫਿਰ ਇਸ ਟਰਾਇੰਗਲ ਨੂੰ ਦੇਖ ਸਕਦਾ ਹਾਂ A1 A2 A4 ਅਤੇ ਇੱਥੋਂ ਤੁਸੀਂ ਦੇਖੋਗੇ ਕਿ A2 A4 ਬਸ 2 ਟਾਈਮਸ A1 A2 ਇਨਟੂ sin ਥੀਟਾ ਦੇ ਬਰਾਬਰ ਹੈ। ਇੱਕ ਵਾਰ ਜਦੋਂ ਤੁਸੀਂ A2 A3 ਲਈ ਸਬਸਟੀਟਿਊਟ ਕਰਦੇ ਹੋ ਜੋ ਕਿ 2A1 A2 sin ਸਕੁਏਅਰ ਥੀਟਾ ਹੈ। ਅੰਤ ਵਿੱਚ ਡੈਲਟਾ ਲਈ ਐਕਸਪ੍ਰੈਸ਼ਨ ਹੈ 2 ਟਾਈਮਸ cos ਥੀਟਾ। ਇਹ ਪਾਥ ਡਿਫਰੈਂਸ ਜਾਂ ਓਪਟੀਕਲ ਪਾਥ ਡਿਫਰੈਂਸ ਹੈ। ਜੇਕਰ ਮੈਂ ਈਟਾਲਨ ਦੇ ਅੰਦਰਲੇ ਮਟੀਰੀਅਲ ਨੂੰ ਰਿਫਰੈਕਟਿਵ ਇੰਡੈਕਸ μ ਦਾ ਲਿਆ ਹੁੰਦਾ ਤਾਂ ਇਹ 2 μ d cos ਥੀਟਾ ਹੋਣਾ ਹੁੰਦਾ। ਇਸ ਨਾਲ ਫੇਜ਼ ਡਿਫਰੈਂਸ 2 ਪਾਈ ਬਾਏ ਲੈਂਬਡਾ ਟਾਈਮਸ 2 d cos ਥੀਟਾ ਹੈ, ਪਰ ਇੱਥੇ ਇੱਕ ਕੈਚ ਹੈ। ਇਹ ਸਿਰਫ 2 ਬੀਮਾਨ ਵਿੱਚ ਇੱਕ ਫੇਜ਼ ਡਿਫਰੈਂਸ ਹੈ। ਮੇਰਾ ਮਤਲਬ ਹੈ ਕਿ ਅਸੀਂ ਜੋ ਪ੍ਰਾਪਤ ਕੀਤਾ ਹੈ ਉਹ ਸਿਰਫ 2 ਬੀਮ ਦੇ ਵਿਚਕਾਰ ਫੇਜ਼ ਡਿਫਰੈਂਸ ਹੈ। ਹੋਰ ਬੀਮ ਜੇਕਰ ਤੁਸੀਂ ਮੰਨਦੇ ਹੋ ਕਿ ਬੀਮ ਦੀ n ਸੰਖਿਆ ਹੈ ਤਾਂ ਤੁਹਾਡੇ ਕੋਲ ਪਹਿਲੀ ਦੇ ਮੁਕਾਬਲੇ n ਫੇਜ਼ ਡਿਫਰੈਂਸ ਹੋਵੇਗਾ। ਸਾਨੂੰ ਇਸ ਸਭ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਪਰ ਖੁਸ਼ਕਿਸਮਤੀ ਨਾਲ ਤੁਹਾਨੂੰ ਪਹਿਲੀ ਬੀਮ ਅਤੇ ਹਰ ਦੂਜੀ ਬੀਮ ਦੇ ਵਿਚਕਾਰ ਫੇਜ਼ ਡਿਫਰੈਂਸ ਨੂੰ ਬਾਹਰ ਕੱਢਣ ਦੀ ਲੋੜ ਨਹੀਂ ਹੈ। ਸਕਸੈਸਿਵ ਬੀਮਜ਼ ਨੂੰ ਤੁਸੀਂ ਕੋਈ ਵੀ 2 ਬੀਮ ਲੈਂਦੇ ਹੋ, ਉਹਨਾਂ ਵਿੱਚ ਹਮੇਸ਼ਾ ਉਹੀ ਫੇਜ਼ ਡਿਫਰੈਂਸ ਹੋਵੇਗਾ ਜਿਸ ਦੀ ਅਸੀਂ ਗਣਨਾ ਕੀਤੀ ਹੈ। ਜਿਸ ਦਾ ਮਤਲਬ ਹੈ ਕਿ ਸਾਨੂੰ ਇਹ ਫੈਸਲਾ ਕਰਨ ਦੀ ਲੋੜ ਹੈ ਕਿ ਇਹਨਾਂ ਫੇਜ਼ਸ ਨੂੰ ਅਕੂਮੂਲੇਟ ਕਰਨ ਲਈ ਕਿਸੇ ਖਾਸ ਪੁਆਇੰਟ ਤੇ ਬ੍ਰਾਈਟ ਜਾਂ ਡਾਰਕ ਫਰਿੰਜ ਹੋਵੇਗਾ। ਅਤੇ ਦੇਖੋ ਕਿ ਫੇਸ ਵਿੱਚ ਇੰਟਰਫੀਅਰ ਕਰਨ ਵਾਲੀਆਂ ਸਾਰੀਆਂ ਬੀਮਾਂ ਦਾ ਪਹਿਲੇ ਦੇ ਸੰਬੰਧ ਵਿੱਚ ਨੈਟ ਇਫੈਕਟ ਕੀ ਹੁੰਦਾ ਹੈ। ਤੁਹਾਡੇ ਕੋਲ ਇੱਕ ਫੇਜ਼ ਫਾਈ ਹੈ। ਅਗਲਾ 2 ਵਾਰ ਹੋਵੇਗਾ ਜੋ ਇਸ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਤਰ੍ਹਾਂ ਹੋਰ ਵੀ। ਮੈਂ ਜੋ ਕੁਝ ਕਰਨ ਜਾ ਰਿਹਾ ਹਾਂ ਉਹ ਹੈ ਕੁਝ ਇੰਟਰਫੀਅਰੈਂਸ ਕਰਨ ਵਾਲੇ ਐਂਪਲੀਟਿਊਡਸ, ਇਸ ਲਈ ਐਂਪਲੀਟਿਊਡ ਹਨੀ ਪਾਵਰ I ਓਮੇਗਾ t। ਇਹ ਓਸੀਲੇਟਰੀ ਸੋਲਿਊਸ਼ਨ ਲੈਣ ਵਰਗਾ ਹੈ। ਅਤੇ t ਜਿਵੇਂ ਅਸੀਂ ਲਿਆ ਸੀ, ਇਸ ਲਈ t ਛੋਟਾ ਹੈ, t ਸਮਾਲ t ਪ੍ਰਾਈਮ। ਇਹ ਕੁਆਂਟੀਟੀ ਐਂਪਲੀਟਿਊਡ ਅਤੇ ਦੂਜਾ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ t ਟਾਈਮਸ r ਹੈ ਅਤੇ ਤੀਜਾ r ਸਕੁਏਅਰ ਟਾਈਮਸ t ਹੈ। ਅਗਲਾ r ਕਿਊਬ ਟਾਈਮਸ t ਹੈ ਅਤੇ ਇਸ ਤਰ੍ਹਾਂ ਹੋਰ, ਜਿੱਥੇ r ਸਮਾਲ r ਸਕੁਏਅਰ ਹੈ। ਯਾਦ ਰੱਖੋ ਕਿ t ਬੀਮ ਦਾ ਉਹ ਫ੍ਰੈਕਸ਼ਨ ਹੈ ਜੋ ਟ੍ਰਾਂਸਮਿਟ ਹੁੰਦਾ ਹੈ ਅਤੇ r ਉਹ ਫ੍ਰੈਕਸ਼ਨ ਹੈ ਜੋ ਰਿਫਲੈਕਟ ਹੁੰਦਾ ਹੈ। ਸਾਨੂੰ ਇਹਨਾਂ ਸਾਰੀਆਂ ਵੇਵਸ ਨੂੰ ਜੋੜਨ ਦੀ ਲੋੜ ਹੈ। ਇਹ ਧਿਆਨ ਵਿੱਚ ਰੱਖਦੇ ਹੋਏ ਕਿ ਇਹਨਾਂ ਵੇਵਸ ਵਿੱਚੋਂ ਹਰ ਇੱਕ ਜਿਸ ਨੂੰ ਤੁਸੀਂ ਲੈਂਦੇ ਹੋ ਪਹਿਲੀ ਵੇਵ ਅਸੀਂ ਮੰਨ ਲਓ ਕਿ ਇਸ ਵਿੱਚ 0 ਫੇਜ਼ ਹੈ ਅਤੇ ਅਗਲੇ ਵਿੱਚ ਇੱਕ ਫੇਜ਼ ਫਾਈ ਹੋਵੇਗਾ ਅਤੇ ਉਸ ਤੋਂ ਬਾਅਦ ਵਾਲੇ ਵਿੱਚ ਫੇਜ਼ 2 ਫਾਈ ਹੋਵੇਗਾ ਅਤੇ ਇਸ ਤਰ੍ਹਾਂ ਹੋਰ। ਅਤੇ ਫੇਜ਼ ਫਾਈ ਉਹ ਹੈ ਜਿਸ ਦੀ ਅਸੀਂ ਹੁਣੇ ਗਣਨਾ ਕੀਤੀ ਹੈ। ਅਸੀਂ ਕਹਿ ਸਕਦੇ ਹਾਂ ਕਿ ਇਹ ਫੇਜ਼ ਡਿਫਰੈਂਸ ਫਾਈ ਦੇ ਬਰਾਬਰ ਹੈ। ਉਸ ਸਥਿਤੀ ਵਿੱਚ ਇੱਥੇ ਫਰੇਮਵਰਕ ਹੈ, ਮੈਂ ਸਾਰੇ ਐਂਪਲੀਟਿਊਡ ਜੋੜਨਾ ਚਾਹੁੰਦਾ ਹਾਂ। ਇਸ ਲਈ bt ਟਾਈਮਸ e ਪਾਵਰ I ਓਮੇਗਾ t ਇਹ ਪਹਿਲੀ ਟਰਮ ਹੈ। ਦੂਜੀ ਪਹਿਲੇ ਦੇ ਸੰਬੰਧ ਵਿੱਚ ਇੱਕ 5 ਫੇਜ਼ ਡਿਫਰੈਂਸ ਨੂੰ ਬਰਕਰਾਰ ਰੱਖੇਗਾ ਤਾਂ ਤੁਸੀਂ ਫਾਈ 31 ਦੇ ਫੇਜ਼ ਡਿਫਰੈਂਸ ਦੇਖੋਗੇ। ਇਹ ਪਹਿਲੇ ਦੇ ਸੰਬੰਧ ਵਿੱਚ 2 ਫਾਈ ਦੇ ਫੇਜ਼ ਡਿਫਰੈਂਸ ਨੂੰ ਬਰਕਰਾਰ ਰੱਖੇਗਾ। ਤੁਸੀਂ
ਇਸ 2 ਫਾਈ ਨੂੰ ਇੱਥੇ ਦੇਖੋਗੇ ਅਤੇ ਹੋਰ ਵੀ, ਤੁਹਾਨੂੰ ਤੁਰੰਤ ਇਹ ਅਹਿਸਾਸ ਹੋ ਜਾਵੇਗਾ ਕਿ ਇਹ ਸਿਰਫ ਇੱਕ ਜਿਓਮੈਟ੍ਰਿਕ ਸੀਰੀਜ਼ ਹੈ। ਜੇਕਰ ਮੇਰੇ ਕੋਲ ਇਸ ਟਾਈਪ ਦੀ ਇੱਕ ਜਿਓਮੈਟ੍ਰਿਕ ਸੀਰੀਜ਼ ਹੈ, 1 + x ਸਕੁਏਅਰ, ਅਤੇ ਹੋਰ, ਮੈਂ ਉਸ ਕੇਸ ਵਿੱਚ ਇਨਫਿਨਿਟੀ ਨੂੰ ਜੋੜਨਾ ਚਾਹੁੰਦਾ ਹਾਂ ਅਤੇ ਬੇਸ਼ੱਕ, ਇਹ ਮੰਨਣਾ ਕਿ x 1 ਤੋਂ ਬਹੁਤ ਘੱਟ ਹੈ। ਨਹੀਂ ਤਾਂ ਇਹ ਕਨਵਰਜ ਵੀ ਨਹੀਂ ਹੋ ਸਕਦਾ। ਉਸ ਸਥਿਤੀ ਵਿੱਚ, ਸਮ ਇਸ ਜਿਓਮੈਟ੍ਰਿਕ ਸੀਰੀਜ਼ ਦਾ ਇਨਫਾਈਨਾਈਟ ਸਮ ਬਸ 1 ਡਿਵਾਈਡੇਡ ਬਾਏ 1 - x ਹੈ। ਤੁਹਾਨੂੰ ਇੰਟਰਫੀਅਰ ਕਰਨ ਵਾਲੇ ਐਂਪਲੀਟਿਊਡਸ ਦੇ ਸਮ ਲਈ ਇਹ ਰਕਮ ਮਿਲੇਗੀ। ਟ੍ਰਾਂਸਮਿਟਡ ਇੰਟੈਂਸਿਟੀ ਫਿਰ ਬਰਾਬਰ ਹੋਵੇਗੀ ਮੋਡ A ਸਕੁਏਅਰ R ਜੋ A ਸਟਾਰ A ਦੇ ਬਰਾਬਰ ਹੈ। ਇਸ ਲਈ ਗਣਨਾ ਕਰੋ। ਇਹ ਤੁਹਾਨੂੰ ਇਹ ਰਿਲੇਸ਼ਨ ਦੇਣ ਜਾ ਰਿਹਾ ਹੈ ਤੁਸੀਂ I0 ਨੂੰ ਇਨਕਮਿੰਗ ਬੀਮ ਦੀ ਇੰਟੈਂਸਿਟੀ ਵਜੋਂ ਲੈ ਸਕਦੇ ਹੋ। ਇਹ ਇੱਕ ਕੌਨਸਟੈਂਟ ਹੈ ਅਤੇ ਸਿੰਪਲ ਮੈਨੀਪੂਲੇਸ਼ਨ ਨਾਲ ਤੁਸੀਂ ਇਹ ਨਤੀਜਾ ਪ੍ਰਾਪਤ ਕਰੋਗੇ। ਤੁਸੀਂ ਵੇਖੋਗੇ ਕਿ ਇੱਥੇ ਸਾਈਨ ਸਕੁਏਅਰ ਫਾਈ ਬਾਏ 2 ਹੈ। ਮਹੱਤਵਪੂਰਨ ਤੌਰ ਤੇ, ਇੱਥੇ ਸਾਰੀ ਫੇਜ਼ ਇਨਫੋਰਮੇਸ਼ਨ ਸਥਿਤ ਹੈ। ਤੁਸੀਂ ਦੇਖ ਸਕਦੇ ਹੋ ਕਿ IT ਇਹ ਟ੍ਰਾਂਸਮਿਟ ਹੋਈ ਇੰਟੈਂਸਿਟੀ ਹੈ, ਫਾਈ ਦੇ ਇੱਕ ਫੰਕਸ਼ਨ ਵਜੋਂ ਵਿਹਾਰ ਕਰਦੀ ਹੈ, ਅਤੇ ਇਹ ਇਸ ਤਰ੍ਹਾਂ ਹੈ। ਇਸ ਤੋਂ ਇਹ ਅਹਿਸਾਸ ਕਰਨਾ ਆਸਾਨ ਨਹੀਂ ਹੈ ਪਰ ਇਹ ਬਹੁਤ ਲਾਭਦਾਇਕ ਹੈ ਜੇਕਰ ਤੁਸੀਂ ਇਸ ਫੰਕਸ਼ਨ ਨੂੰ ਪਲੋਟ ਕਰਦੇ ਹੋ। ਜੇਕਰ ਤੁਸੀਂ ਇਸ ਫੰਕਸ਼ਨ ਨੂੰ ਪਲੋਟ ਕਰਦੇ ਹੋ, ਤਾਂ ਤੁਸੀਂ ਕੀ ਵੇਖੋਗੇ ਕਿ R ਦੇ ਬਹੁਤ ਛੋਟੇ ਵੈਲਿਊ ਲਈ ਇਸ ਦਾ ਜ਼ਿਆਦਾਤਰ ਹਿੱਸਾ ਟ੍ਰਾਂਸਮਿਟ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਰਿਫਲੈਕਸ਼ਨ ਬਹੁਤ ਘੱਟ ਹੈ। ਪਰ ਸਾਡੇ ਉਦੇਸ਼ ਲਈ ਜੋ ਬਹੁਤ ਮਹੱਤਵਪੂਰਨ ਹੈ, ਉਹ ਇਹ ਹੈ ਕਿ ਜੇਕਰ ਤੁਸੀਂ R ਨੂੰ ਬਹੁਤ ਵੱਡੀ ਸੰਖਿਆ ਵਿੱਚ ਵਧਾਉਂਦੇ ਹੋ, ਉਦਾਹਰਨ ਲਈ R 1 ਵਰਗਾ ਬਣ ਜਾਂਦਾ ਹੈ ਅਤੇ R 1, 0.9 ਇਸ ਤਰ੍ਹਾਂ ਦੀ ਕੋਈ ਚੀਜ਼ ਹੋ ਸਕਦੀ ਹੈ। ਫਿਰ, ਕਰਵ ਬਹੁਤ ਸ਼ਾਰਪ ਹੋ ਜਾਂਦਾ ਹੈ। ਜਿਵੇਂ ਹੀ R ਵੱਧਦਾ ਹੈ ਤੁਹਾਨੂੰ ਇਹ ਬਹੁਤ ਸ਼ਾਰਪ ਪੀਕ ਮਿਲਦੀਆਂ ਹਨ ਅਤੇ ਯਾਦ ਰੱਖੋ ਕਿ R 0 ਅਤੇ 1 ਦੇ ਵਿਚਕਾਰ ਇੱਕ ਸੰਖਿਆ ਹੈ ਇਸ ਲਈ, ਜਿਵੇਂ ਹੀ R 1 ਦੇ ਹੋਰ ਨੇੜੇ ਹੁੰਦਾ ਹੈ, ਇਹ ਪੀਕ ਹੋਰ ਸ਼ਾਰਪ ਹੋ ਜਾਂਦੀਆਂ ਹਨ। ਵੱਡੇ ਲਈ ਟ੍ਰਾਂਸਮਿਸ਼ਨ ਇੰਟੈਂਸਿਟੀ ਬਹੁਤ ਸ਼ਾਰਪ ਪੀਕ ਨੂੰ ਦਰਸਾਉਂਦੀ ਹੈ। ਹੁਣ ਇਹ ਉਪਯੋਗੀ ਹੈ, ਕਿਉਂਕਿ ਜੇਕਰ ਮੈਂ ਇੱਥੇ ਟ੍ਰਾਂਸਮਿਸ਼ਨ ਇੰਟੈਂਸਿਟੀ ਦੀਆਂ ਪੀਕਸ ਨੂੰ ਡਿਸੋਲਵ ਕਰ ਸਕਦਾ ਹਾਂ, ਮੈਂ ਫਾਈ ਦੇ ਵੈਲਿਊਜ਼ ਨੂੰ ਪਤਾ ਕਰ ਸਕਦਾ ਹਾਂ, ਅਤੇ ਜੇਕਰ ਮੈਂ ਫਾਈ ਦੇ ਵੈਲਿਊ ਨੂੰ ਜਾਣਦਾ ਹਾਂ, ਮੈਂ ਅਸਲ ਵਿੱਚ ਇਸ ਨੂੰ ਫੇਜ਼ ਡਿਫਰੈਂਸ ਲਈ ਇਸ ਇਕੁਏਸ਼ਨ ਵਿੱਚ ਜੋੜ ਸਕਦਾ ਹਾਂ, ਅਤੇ ਇੱਕ ਅਗਿਆਤ ਲਾਈਟ ਸੋਰਸ ਦੀ ਵੇਵਲੈਂਥ ਦਾ ਪਤਾ ਕਰਨ ਲਈ ਬਹੁਤ ਸਟੀਕਤਾ ਨਾਲ ਇਸ ਦੀ ਵਰਤੋਂ ਕਰ ਸਕਦਾ ਹਾਂ। ਜਦੋਂ ਅਸੀਂ ਕਹਿੰਦੇ ਹਾਂ ਕਿ ਮੈਂ ਇਹਨਾਂ ਪੀਕਸ ਨੂੰ ਚੰਗੀ ਤਰ੍ਹਾਂ ਰਿਜ਼ੋਲਵ ਕਰ ਸਕਦਾ ਹਾਂ, ਇਸ ਦਾ ਮਤਲਬ ਹੈ ਕਿ ਮੈਂ ਇਹ ਮੰਨਦਾ ਹਾਂ ਕਿ ਸਪੈਕਟਰਲ ਰਿਜ਼ੋਲਿਊਸ਼ਨ ਦਾ ਕੁਝ ਮਾਪ ਹੈ ਜੋ ਸੰਭਵ ਹੈ। ਇਸ ਲਈ, ਜੇਕਰ ਮੈਂ ਇੱਕ ਇਨਕਮਿੰਗ ਲਾਈਟ ਦੀ ਵੇਵਲੈਂਥ ਦੇ ਵੈਲਿਊ ਨੂੰ ਮਾਪਣਾ ਹੈ, ਤਾਂ ਮੈਨੂੰ ਇਸ ਨੂੰ ਮਾਪਣ ਦੇ ਯੋਗ ਹੋਣਾ ਚਾਹੀਦਾ ਹੈ। ਇਹਨਾਂ ਪੀਕਸ ਨੂੰ ਬਿਲਕੁਲ ਸਹੀ ਢੰਗ ਨਾਲ ਵੱਖ ਕਰਨਾ ਚਾਹੀਦਾ ਹੈ। ਅਤੇ ਮੈਂ ਇਹ ਕਿੰਨੀ ਚੰਗੀ ਤਰ੍ਹਾਂ ਕਰ ਸਕਦਾ ਹਾਂ, ਇਹ ਫੈਬਰੀ ਪੈਰੋਟ ਇੰਟਰਫੇਰੋਮੀਟਰ ਦੀ ਰੈਜ਼ੋਲਵਿੰਗ ਪਾਵਰ ਕਹਾਉਂਦਾ ਹੈ। ਤੁਸੀਂ ਇਹਨਾਂ ਦੋਵੇਂ ਮਾਈਕਲਸਨ ਅਤੇ ਫੈਬਰੀ ਪੈਰੋਟ ਇੰਟਰਫੇਰੋਮੀਟਰ ਨੂੰ ਲਾਈਟ ਦੇ ਅਗਿਆਤ ਸੋਰਸ ਦੀ ਵੇਵਲੈਂਥ ਦਾ ਪਤਾ ਕਰਨ ਲਈ ਇੱਕ ਸਾਧਨ ਵਜੋਂ ਵਰਤ ਸਕਦੇ ਹੋ।